ਕੱਲ ਤੱਕ ਅਸੀਂ ਗੁਰੂ ਪੰਥ ਤੱਕ ਵਿਚਾਰ ਕਰ ਲਈ ਸੀ। ਅੱਜ ਅਸੀਂ ਅੰਮ੍ਰਿਤ ਸੰਸਕਾਰ ਤੋਂ ਵਿਚਾਰ ਆਰੰਭ ਕਰ ਰਹੇ ਹਾਂ। ਅੰਮ੍ਰਿਤ ਸੰਸਕਾਰ ਦੇ ਇਸ ਸ਼ੁਭ ਵਿਚਾਰਨ ਤੋਂ ਪਹਿਲਾਂ ਥੋੜਾ ਜਿਹਾ ਅਸੀਂ ਅੰਮ੍ਰਿਤ ਬਾਰੇ ਵੀ ਵਿਚਾਰ ਕਰ ਲਈਏ ਤਦ ਕਿ ਸਾਨੂੰ ਥੋੜੀ ਜਿਹੀ ਕਲੈਰਿਟੀ ਇਸ ਸੰਸਕਾਰ ਦੀ ਹੋ ਜਾਏ। ਹਰ ਧਰਮ ਦੇ ਆਪੋ ਆਪਣੇ ਵਿਧੀ ਵਿਧਾਨ ਬਣੇ ਹੋਏ ਹਨ ਕਿ ਕਿਸ ਢੰਗ ਦੇ ਨਾਲ ਆਪਣੇ ਸ਼ਰਧਾਲੂਆਂ ਨੂੰ, ਮੰਨਣ ਵਾਲਿਆਂ ਨੂੰ ਉਸ ਧਰਮ ਵਿੱਚ ਸ਼ਾਮਿਲ ਕਿਵੇਂ ਕੀਤਾ ਜਾ ਸਕਦਾ ਹੈ। ਜਿਵੇਂ ਅਸੀਂ ਹਿੰਦੂਇਜ਼ਮ ਦੀ ਗੱਲ ਕਰਦੇ ਹਾਂ, ਉਹਨਾਂ ਦੇ ਵਿੱਚ ਜਨੇਊ ਦੀ ਰਸਮ ਦੀ ਨਾਲ ਉਹਨਾਂ ਨੂੰ ਉਸ ਧਰਮ ਵਿੱਚ ਸ਼ਾਮਿਲ ਕੀਤਾ ਜਾ ਸਕਦਾ। ਹਾਲਾਂਕਿ ਉਹਨਾਂ ਦੇ ਵੱਖਰੇ ਵੱਖਰੀਆਂ ਪਰੰਪਰਾਵਾਂ, ਮਰਿਆਦਾ ਨੂੰ ਵੱਖਰੀ ਵੱਖਰੀ ਉਮਰ, ਬ੍ਰਾਹਮਣ ਲਈ, ਖੱਤਰੀ ਲਈ ਤੇ ਵੈਸ਼ ਲਈ ਵੱਖਰੀ ਵੱਖਰੀ ਮਰਿਆਦਾ, ਸ਼ੂਦਰ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਹੈ। ਵੱਖਰੀਆਂ ਵੱਖਰੀਆਂ ਉਮਰਾਂ ਵੀ ਹਨ ਤੇ ਵੱਖਰੀ ਵੱਖਰੀ ਚੀਜ਼ ਦੇ ਜਨੇਊ ਬਣਾ ਕੇ ਪਾਏ ਜਾਂਦੇ ਹਨ। ਉਹ ਆਪਣਾ ਵਿਸ਼ਾ ਨਹੀਂ ਹੈ। ਕੇਵਲ ਇੰਨੀ ਕੁ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਹ ਉਹਨਾਂ ਵਿੱਚ ਸ਼ਮੂਲੀਅਤ ਦਾ ਢੰਗ ਜਨੇਊ ਪਾਉਣਾ ਹੈ। ਇਸਲਾਮਿਕ ਦੁਨੀਆ ਦੇ ਵਿੱਚ ਸੁਨਨਤ ਹੈ, ਉਹ ਸੁਨਨਤ ਚਾਹੇ ਅਣਚਾਹੇ ਕਰ ਦਿੱਤੀ ਜਾਂਦੀ ਹੈ, ਪਰ ਬਚਪਨ ਵਿੱਚ ਹੀ ਸੁਨਨਤ ਕਰ ਜਿਹੜੀ ਹੈ ਉਹ ਹੋ ਜਾਂਦੀ ਹੈ। ਤੋ ਜੋ ਅਸੀਂ ਕ੍ਰਿਸਚੈਨਿਟੀ ਦੀ ਗੱਲ ਕਰਦੇ ਹਾਂ ਤੇ ਇੱਥੇ ਬੈਪਟਿਜ਼ਮ ਦੀ ਗੱਲ ਹੈ। ਬਪਤਿਸਮਾ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਉਹਦੇ ਮਤ ਦੇ ਕੇ ਹੀ ਉਹਨਾਂ ਨੂੰ ਉਹਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ, ਬੈਪਟਾਈਜ਼ ਕਰਕੇ ਸ਼ਾਮਿਲ ਕੀਤਾ ਜਾ ਸਕਦਾ ਹੈ। ਤੋ ਇਸੇ ਤਰ੍ਹਾਂ ਹੀ ਜਿਹੜੇ ਧਰਮ ਦੀ ਦੁਨੀਆ 'ਚ ਵਿਸ਼ਵਾਸ ਨਹੀਂ ਰੱਖਦੇ ਕਮਿਊਨਿਸਟ ਲੋਕ ਜਿਹੜੇ ਹਨ, ਉਹ ਵੀ ਮਾਰਕਸਵਾਦ ਤੇ ਲੈਨਿਨਵਾਦ ਦੇ ਜਿਹੜੇ ਸਿਧਾਂਤ ਹਨ ਉਹਨਾਂ ਨੂੰ ਮੰਨ ਕੇ ਹੀ ਕਮਿਊਨਿਸਟ ਖਵਾ ਸਕਦੇ ਹਨ। ਉਹਨਾਂ ਤੇ ਚੱਲ ਕੇ ਹੀ ਆਪਣੇ ਆਪ ਤੇ ਫੀਤੀ ਲਵਾ ਸਕਦੇ ਹਨ। ਹਰ ਧਰਮ ਦੀਆਂ ਵੱਖਰੀਆਂ ਵੱਖਰੀਆਂ ਪਰੰਪਰਾਵਾਂ, ਵੱਖਰੀਆਂ ਵੱਖਰੀਆਂ ਮਰਿਆਦਾ ਹਨ। ਸਿੱਖ ਧਰਮ ਦੀ ਮਰਿਆਦਾ ਉਹ ਹੈ ਅੰਮ੍ਰਿਤ ਸੰਸਕਾਰ, ਜਿਹਨੂੰ ਖੰਡੇ ਬਾਟੇ ਦੀ ਪਹੁਲ ਕਿਹਾ ਜਾਂਦਾ ਹੈ। ਅੰਮ੍ਰਿਤ ਸ਼ਬਦ ਗੁਰਬਾਣੀ ਵਿੱਚ ਵੀ ਇਸਤੇਮਾਲ ਹੋਇਆ। ਗੁਰਬਾਣੀ ਵਿੱਚ ਇਸ ਨੂੰ ਵਾਹਿਗੁਰੂ ਦੇ ਉਹ ਨਾਮ ਜਿਹਦੇ ਨਾਲ ਸਾਡੇ ਅੰਮ੍ਰਿਤ ਦੀ ਗੱਲ ਜਦੋਂ ਕੀਤੀ, ਅੰਮ੍ਰਿਤ ਨਾਮ ਦੀ ਗੱਲ ਕੀਤੀ, ਜੋ ਸਦਾ ਅਮਰ ਕਰ ਦੇਣ ਵਾਲਾ ਅਟਲ ਭਾਵ, ਜੋ ਸਾਡੇ ਜੀਵਨ ਦੇ ਸੰਸਕਾਰਾਂ ਨੂੰ ਚੇਂਜ ਕਰ ਦੇਣ ਵਾਲਾ ਹੈ, ਵਾਹਿਗੁਰੂ ਦੇ ਨਾਮ ਦੀ ਗੱਲ ਕੀਤੀ ਗਈ ਹੈ। ਤਾਂ ਪੰਥਕ ਮਰਿਆਦਾ ਵਿੱਚ ਇਸ ਨੂੰ ਖੰਡੇ ਬਾਟੇ ਦੀ ਪਹੁਲ ਦੇ ਨਾਮ ਨਾਲ ਇਹ ਜਾਣਿਆ ਜਾਂਦਾ ਸੀ, ਪਰ ਸਿੱਖ ਰਹਿਤ ਮਰਿਆਦਾ ਵਿੱਚ ਜਦੋਂ ਹੋਂਦ ਵਿੱਚ ਆਈ ਤਾਂ ਇਹਦਾ ਨਾਮ ਅੰਮ੍ਰਿਤ ਸੰਸਕਾਰ ਜਿਹੜਾ ਸੀ ਉਹ ਰੱਖਿਆ ਗਿਆ। ਹੁਣ ਸਭ ਤੋਂ ਪਹਿਲੀ ਗੱਲ ਵੀ ਅੰਮ੍ਰਿਤ ਸੰਸਕਾਰ, ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ, ਇਸ ਸੰਸਕਾਰ ਦੀ ਲੋੜ ਕੀ ਹੈ। ਤਾਂ ਸਿੱਖ ਹੋਣ ਦਾ ਭਾਵ ਇਹ ਕਿ ਅਸੀਂ ਗੁਰੂ ਦੇ ਉਪਦੇਸ਼ ਨੂੰ ਮੰਨਦੇ ਹਾਂ। ਸਿੱਖ ਹੋਣ ਦਾ ਸਭ ਤੋਂ ਪਹਿਲਾ ਭਾਵ ਇਹ ਹੈ, ਗੁਰੂ ਦੀ ਆਗਿਆ ਅਨੁਸਾਰ ਹੀ ਅਸੀਂ ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਜਿਉਂਦੇ ਹਾਂ। ਐਸੋ ਜੀ ਗੁਰਬਾਣੀ ਵਿੱਚ ਵੀ ਆਪਾਂ ਨੂੰ ਉਪਦੇਸ਼ ਮਿਲਦੇ ਹਨ, ਸੋ ਸਿੱਖ ਸੰਬੰਧਕ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੂਟਾ ਖਾਵੇ। ਸੋਠ ਰਾਗ ਵਿੱਚ ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਹੈ। ਗੌੜੀ ਕੀ ਵਾਰ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ, ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ, ਜਿਨੀ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜੀ ਚਵਗਨ ਬੰਨੇ, ਇਹ ਚਾਲ ਨਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਗੁਰ ਦੀਖਿਆ ਦੀ ਗੱਲ ਉੱਥੇ ਵੀ ਕੀਤੀ ਗਈ। ਫਿਰ ਗੁਰੂ ਰਾਮਦਾਸ ਮਹਾਰਾਜ ਧਨਾਸੀ ਰਾਗ ਵਿੱਚ ਇੱਕ ਬਚਨ ਕਰਦੇ ਹਨ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ ਦੀ ਗੱਲ ਵੀ ਆਉਂਦੀ ਹੈ। ਗੁਰੂ ਨਾਨਕ ਸਾਹਿਬ ਦਾ ਜਦੋਂ ਬਚਨ ਅਸੀਂ ਬਾਣੀ ਓਂਕਾਰ ਪੜ੍ਹੀ ਸੀ, ਜਿਹਨੂੰ ਆਮ ਤੌਰ ਤੇ ਦੱਖਣੀ ਓਂਕਾਰ ਕਹਿ ਦਿੱਤਾ ਜਾਂਦਾ ਹੈ, ਲੇਕਿਨ ਬਾਣੀ ਦਾ ਨਾਮ ਹੈ ਓਂਕਾਰ, ਦੱਖਣੀ ਰਾਗ ਦੇ ਨਾਲ ਸੰਬੰਧਿਤ ਰੱਖਦਾ ਹੈ। ਉੱਥੇ ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਨਾਨਕ ਗੁਰਮਤਿ ਸਾਚ ਸਮਾਵੋ। ਇਹ ਬਚਨ ਉੱਥੇ ਆਏ ਸਨ। ਅਸੀਂ ਕਈ ਵਾਰੀ ਇੱਕ ਪ੍ਰਮਾਣ ਪੜ੍ਹਦੇ ਹਾਂ, ਇਹ ਤਮਾਰਗ ਚੱਲੇ ਭਾਈ ਨੇ, ਗੁਰ ਕਹੇ ਸੁਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਵ ਜੀਓ, ਕਿਉਂ ਪਾਵੇ ਹਰ ਦਰਸਾਵੜਾ, ਨਾ ਲੱਗੇ ਤੱਤੀ ਵਾਓ ਜੀ। ਇਹ ਅੰਮ੍ਰਿਤ ਛਕਣ ਦਾ ਜਾਂ ਖੰਡੇ ਬਾਟੇ ਦੀ ਪਹੁਲ ਲੈਣ ਦਾ ਪਹਿਲਾ ਸਿਧਾਂਤ ਇਹ ਹੈ ਕਿ ਅਸੀਂ ਗੁਰੂ ਨਾਨਕ ਜੋਤ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਹੜੀ ਵਿਚਰ ਰਹੀ ਸੀ, ਉਹਨਾਂ ਨੇ ਜਿਹੜਾ ਪੂਰੇ ਸਤਿਗੁਰ ਦਾ ਹੁਕਮ ਮੰਨਦਿਆਂ ਹੋਇਆ ਜੋ ਸਾਨੂੰ ਦਾਤ ਬਖਸ਼ਿਸ਼ ਕੀਤੀ, ਉਸ ਸਤਿਗੁਰ ਦਾ ਹੁਕਮ ਮੰਨਣ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ। ਤਾਂ ਪਹਿਲੀ ਗੱਲ ਇੱਥੇ ਆ ਕੇ ਮੁੱਕਦੀ ਹੈ ਵੀ ਇਹ ਸਾਡੇ ਲਈ ਗੁਰੂ ਦਾ ਹੁਕਮ ਹੈ ਔਰ ਸਿੱਖੀ ਵਿੱਚ ਪ੍ਰਵੇਸ਼ ਦਾ ਇੱਕ ਸਾਧਨ ਹੈ। ਇਹ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਦੀ ਗੱਲ ਕੀਤੀ ਸੀ, ਇਹ ਅਸਲ 'ਚ ਹੁਕਮੀ ਬੰਦਾ ਬਣਨ ਦੀ ਨਿਸ਼ਾਨੀ ਹੈ। ਤਾਂ ਇਸ ਕਰਕੇ ਗੁਰੂ ਦਾ ਹੁਕਮ ਮੰਨਣਾ ਸਾਡੇ ਜ਼ਰੂਰੀ ਹੈ। ਇਹ ਗੁਰੂ ਦਾ ਹੁਕਮ ਮੰਨਣ ਦੀ ਜਾਚ ਸਾਨੂੰ ਭਾਈ ਲਹਿਣਾ ਜੀ ਨੇ ਵੀ ਦੱਸ ਦਿੱਤੀ, ਜਿਨ੍ਹਾਂ ਨੇ ਆਪਣੇ ਮਨ ਦੀ ਮੱਤ ਨੂੰ ਤਿਆਗ ਕੇ ਗੁਰੂ ਨਾਨਕ ਪਾਤਸ਼ਾਹ ਦੇ ਹਰ ਉਪਦੇਸ਼ ਨੂੰ ਆਪਣੀ ਲਾਈਫ ਵਿੱਚ, ਆਪਣੀ ਜ਼ਿੰਦਗੀ ਵਿੱਚ ਚੰਗੀ ਤਰ੍ਹਾਂ ਕਮਾਇਆ ਹੀ ਨਹੀਂ, ਉਹਨੂੰ ਆਪਣੇ ਜੀਵਨ ਦੇ ਵਿੱਚ ਹੋਰਨਾਂ ਨੂੰ ਵੀ ਵੰਡਿਆ। ਕੇਵਲ ਵੰਡਿਆ ਹੀ ਨਹੀਂ, ਉਸ ਉਪਦੇਸ਼ ਨੂੰ ਧਾਰਨ ਕਰਕੇ ਉਹ ਲਹਿਣਾ ਭਾਈ ਅੱਜ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨਾਲ ਯਾਦ ਕੀਤੇ ਜਾਂਦੇ ਹਨ। ਜਦੋਂ ਹੁਕਮ ਮੰਨਣ ਦੀ ਗੱਲ ਕਰਦੇ ਹਾਂ ਤਾਂ ਕਿੰਨੀਆਂ ਹੀ ਸਾਖੀਆਂ ਭਾਈ ਲਹਿਣਾ ਜੀ ਦੇ ਨਾਲ ਜੁੜੀਆਂ ਹੋਈਆਂ ਸਾਖੀਆਂ ਸਾਡੇ ਸਾਹਮਣੇ ਆਉਂਦੀਆਂ ਹਨ, ਪਰ ਕਿਉਂਕਿ ਆਪਾਂ ਸਿਰਫ ਜਾਣਕਾਰੀ ਹੈਤੀ ਇਹ ਗੱਲ ਕਰਦੇ ਹਾਂ ਕਿ ਹੁਕਮ ਮੰਨ ਕੇ ਹੀ ਭਾਈ ਲਹਿਣੇ ਤੋਂ, ਸੇਵਕ ਤੋਂ ਸਤਿਗੁਰੂ ਦੀ ਪਦਵੀ ਦੇ ਉੱਤੇ ਭਾਈ ਲਹਿਣਾ ਜੀ ਜਿਹੜੇ ਉਹ ਪਹੁੰਚੇ ਸਨ। ਪਰ ਜੇ ਅਸੀਂ ਇਸ ਹੁਕਮ ਦੀ ਅਦੁੱਲੀ ਕਰਦੇ ਹਾਂ ਤਾਂ ਫਿਰ ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਤਾਏ ਨਾ ਕਾਈ ਪਾਏ। ਸਲਾਮ ਵੀ ਕੂੜੀ ਹੈ, ਜਵਾਬ ਵੀ ਕੂੜਾ ਹੈ। ਇੱਕ ਪਾਸੇ ਸਲਾਮ ਵੀ ਕਰੀ ਚੱਲੇ, ਦੂਜੇ ਪਾਸੇ ਜਵਾਬ ਵੀ ਦੇ ਚੱਲੇ। ਕਈ ਵੀ ਜਿਵੇਂ ਮੈਂ ਤੁਹਾਡਾ ਵਫਾਦਾਰ ਸਿੱਖ ਹਾਂ, ਗੁਰੂ ਸਾਹਿਬ ਜੀ ਮੇਰੇ ਵਰਗਾ ਸਿੱਖ ਕੋਈ ਨਹੀਂ, ਮੈਂ ਤਾਂ ਤੁਹਾਡਾ ਹਰ ਗੱਲ ਮੰਨਣ ਨੂੰ ਤਿਆਰ ਹਾਂ, ਪਰ ਦੂਜੇ ਪਾਸੇ ਗੁਰੂ ਜਦੋਂ ਖੰਡੇ ਬਾਟੇ ਦੀ ਪਹੁਲ ਦੀ ਗੱਲ ਕਰੇ ਤੇ ਕਹੇ ਇਹ ਕੰਮ ਮੇਰੇ ਕੋਲ ਨਹੀਂ ਹੋਣਾ, ਇਹ ਕਿਸੇ ਹੋਰ ਦੇ ਜ਼ਿੰਮੇਵਾਰ ਲਾ ਦਿਓ, ਇਹ ਮੇਰਾ ਕੰਮ ਨਹੀਂ ਹੈ। ਇਹ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ ਦੀ, ਮੁੱਢ ਤੋਂ ਹੀ ਟੁੱਟ ਜਾਣਾ ਦਾ ਮਤਲਬ ਪੇੜ ਮਡਾਊਂ ਕੱਟਿਆ ਤਿਸ ਡਾਲ ਸੁਕੰਦੇ, ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਾਂਦੇ। ਗੁਰੂ ਦੇ ਨਾਲ ਖਾਣ ਵਾਲੇ, ਗੁਰੂ ਦਾ ਹੁਕਮ ਨਾ ਮੰਨਣ ਵਾਲੇ, ਕਹਿਣ ਦਾ ਮਤਲਬ ਹੁਕਮ ਨਾ ਮੰਨਣ ਵਾਲੇ ਉਹ ਜੀਵਨ ਵਿੱਚ ਸੁੱਖ ਨਹੀਂ ਪਾਉਂਦੇ। ਸੁੱਖ ਨਾ ਪਾਇਨ ਮੁਗਧ ਨਰ, ਮੂਰਖ ਲੋਕ ਹਨ ਜਿਹੜੇ ਇਸ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ। ਤਾਂ ਨਾਨਕ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਆਸਾ ਕੀ ਵਾਰ 'ਚ ਗੱਲ ਜਿਹੜੀ ਕਹਿੰਦੇ ਆ, ਨਾਨਕ ਦੋਵੇਂ ਕੂੜੀਆਂ ਤਾਏ ਨਾ ਕਾਈ ਪਾਏ। ਜਿਹੜਾ ਸਲਾਮ ਵੀ ਕਰਦਾ ਹੈ, ਜਵਾਬ ਵੀ ਦਿੰਦਾ ਹੈ, ਮੱਥਾ ਵੀ ਟੇਕਦਾ ਹੈ, ਹੁਕਮ ਵੀ ਨਹੀਂ ਮੰਨਦਾ, ਗੁਰੂ ਦੀ ਕਹੀ ਕਾਰ ਕਮਾਰ ਨਹੀਂ ਕਹਾਉਂਦਾ, ਹੁਕਮ ਰਜਾਈ ਚੱਲਣ ਦੀ ਜਾਚ ਨਹੀਂ ਸਿੱਖਦਾ, ਇਸ ਲਈ ਉਹਨੂੰ ਗੁਰੂ ਪਾਤਸ਼ਾਹ ਜੀ ਨੇ ਇਹ ਇੱਥੇ ਜਿਹੜਾ ਹੈ ਉਹ ਮੁੱਢੋਂ ਕੁੱਥਾ ਜਾਣ ਦੀ ਗੱਲ ਜਿਹੜੀ ਹੈ ਉਹ ਕੀਤੀ ਹੈ। ਤਾਂ ਬੜੀ ਸਪਸ਼ਟ ਗੱਲ ਹੋ ਗਈ ਵੀ ਇਹ ਸਿੱਖੀ ਵਿੱਚ ਪ੍ਰਵੇਸ਼ ਦੇ ਲਈ ਜ਼ਰੂਰੀ ਚੀਜ਼ ਹੈ। ਫਿਰ ਅੰਮ੍ਰਿਤ ਛਕਣ ਵੇਲੇ ਪੰਜ ਪਿਆਰੇ ਸਾਨੂੰ ਨਾਮਦਾਨ ਗੁਰਮੰਤਰ ਬਖਸ਼ਦੇ ਹਨ, ਫਿਰ ਅਸੀਂ ਗੁਰੂ ਵਾਲੇ ਬਣ ਜਾਂਦੇ ਹਾਂ। ਜੇ ਅੰਮ੍ਰਿਤ ਨਹੀਂ ਛਕਦੇ, ਉਹ ਜਿਕਿਆ ਜਾਂਦਾ ਹੈ ਸਤਿਗੁਰੂ ਬਾਝੋਂ ਗੁਰ ਨੇ ਕੋਈ, ਨਿਗੁਰੇ ਕਾ ਹੈ ਨਾਮ ਬੁਰਾ, ਨਿਗੁਰਾ ਕਹਿ ਕੇ ਵੀ ਗੁਰਬਾਣੀ ਵਿੱਚ ਗੱਲ ਕੀਤੀ ਗਈ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਇਹਨਾਂ ਦਾ ਜ਼ਿਕਰ ਕੀਤਾ ਹੈ। ਦਸਮ ਪਾਤਸ਼ਾਹ ਜੀ ਨੇ ਚੱਲੀ ਰਹੀਆਂ ਮਰਿਆਦਾ ਨੂੰ ਖਤਮ ਕਰਕੇ ਖੰਡੇ ਬਾਟੇ ਦੀ ਪਹੁਲ ਦੀ ਮਰਿਆਦਾ ਜਿਹੜੀ ਸੀ ਉਹਦੇ ਵਿੱਚ ਬਦਲ ਦਿੱਤਾ, ਤਦ ਕਿ ਦੇਹਧਾਰੀ ਗੁਰੂ ਦਾ ਸਿਲਸਿਲਾ ਖਤਮ ਹੋ ਜਾਣਾ ਸੀ। ਹੁਣ ਕੋਈ ਵਿਅਕਤੀਗਤ ਤੌਰ ਤੇ ਗੁਰੂ ਨਹੀਂ ਸੀ ਹੋਣਾ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਨ, ਤੇ ਸਰੀਰ ਪੰਥ ਵਿੱਚ ਹੋਣ ਕਰਕੇ ਪੰਥ ਨੂੰ ਹੱਕ ਦਿੱਤਾ ਉਹ ਖੰਡੇ ਬਾਟੇ ਦੀ ਪਹੁਲ ਤਿਆਰ ਕਰ ਸਕਦਾ ਸੀ। ਪੰਜ ਤਿਆਰ ਬਰ ਤਿਆਰ ਸਿੰਘ ਜਦੋਂ ਵੀ ਤਿਆਰ ਬਰ ਤਿਆਰ ਹੋ ਕੇ ਇਹ ਚਾਹਣ ਤਾਂ ਉਹ ਅੰਮ੍ਰਿਤ ਦਾ ਬਾਟਾ ਤਿਆਰ ਕਰ ਸਕਦੇ। ਤੇ ਇੱਥੇ ਵੀ ਪੰਜ ਫਿਕਸ ਨਹੀਂ ਕੀਤੇ ਗੁਰੂ ਸਾਹਿਬ ਜੀ ਨੇ, ਐਨੀ 5 ਬਟ ਦਾ ਬੈਸਟ 5, ਪੰਜ ਕੋਈ ਪੰਜ ਪਰ ਸਭ ਤੋਂ ਸ੍ਰੇਸ਼ਟ ਪੰਜ ਦੀ ਗੱਲ ਦਾ ਜ਼ਿਕਰ ਕੀਤਾ ਹੈ। ਜਿਹੜੇ ਵੀ ਪੰਜ ਤਿਆਰ ਬਰ ਤਿਆਰ ਗੁਰਸਿੱਖ, ਗੁਰੂ ਕੇ ਪਿਆਰੇ, ਗੁਰੂ ਕੇ ਦੁਲਾਰੇ, ਜਿਹੜੇ ਬੈਸਟ 5 ਹਨ, ਅਸੀਂ ਉਹਨਾਂ ਨੂੰ ਇਹ ਹੱਕ ਹੈ ਕਿ ਉਹ ਗੁਰੂ ਦੇ ਬਖਸ਼ੀ ਹੋਏ ਇਸ ਖੰਡੇ ਬਾਟੇ ਦੀ ਪਹੁਲ ਨੂੰ ਅੱਗੇ ਵੰਡ ਸਕਦੇ ਹਨ। ਤੋ ਇਹ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਇਹ ਅੰਮ੍ਰਿਤ ਛਕਣ ਦਸਵੇਂ ਪਾਤਸ਼ਾਹ ਨੇ ਸ਼ੁਰੂ ਕੀਤਾ, ਇਹਦਾ ਦਸਵੇਂ ਪਾਤਸ਼ਾਹ ਦੇ ਵੇਲੇ ਦੀ ਗੱਲ ਹੈ। ਪਰ ਸਿੱਖ ਹੋਣ ਲਈ ਜਿਹੜਾ ਸਿੱਖ ਹੈ ਵੀ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਤੋਂ ਇਹ ਗੱਲ ਜਿਹੜੀ ਲਾਜ਼ਮੀ ਕਰਾਰ ਦਿੱਤੀ ਗਈ ਸੀ। ਜਿਹੜਾ ਮਨੁੱਖ ਅੰਮ੍ਰਿਤ ਪਾਨ ਨਹੀਂ ਕਰਦਾ ਜਾਂ ਅੰਮ੍ਰਿਤ ਦਾ ਅਧਿਕਾਰੀ ਨਹੀਂ ਬਣ ਸਕਦਾ, ਉਹ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਵਿੱਚ ਵੀ ਗੱਲ ਬੜੀ ਤੌਰ ਤੇ ਸਪਸ਼ਟ ਕਰ ਦਿੱਤੀ ਗਈ ਹੈ
ਜੋ ਸਿੱਖ ਦੀ ਪਰਿਭਾਸ਼ਾ ਦੇ ਵਿੱਚ ਹੀ ਜੋ ਇਸਤਰੀ ਜਾਂ ਪੁਰਸ਼ ਵਾਲੀ ਆਪਾਂ ਜੋ ਪਰਿਭਾਸ਼ਾ ਪੜ੍ਹੀ ਹੈ ਉਹਦੇ ਵਿੱਚ ਸਿੱਖ ਦੀ ਪਰਿਭਾਸ਼ਾ ਵਿੱਚ ਇਹ ਦਰਜ ਕਰ ਦਿੱਤਾ ਗਿਆ ਹੈ ਕਿ ਇਸ ਤੋਂ ਬਿਨਾਂ ਸਿੱਖ ਕੌਮ ਦਾ ਹੱਕਦਾਰ ਨਹੀਂ ਹੈ। ਅੰਮ੍ਰਿਤ ਨਿਸ਼ਚਾ ਰੱਖਣ ਦਾ ਸਪਸ਼ਟ ਅਰਥ ਅੰਮ੍ਰਿਤ ਪਾਨ ਕਰਨਾ ਹੈ, ਅੰਮ੍ਰਿਤ ਛਕਣਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਵੀ ਅੰਮ੍ਰਿਤ ਛਕ ਕੇ ਅੰਮ੍ਰਿਤ ਪਾਨ ਕਰਕੇ ਆਪ ਵੀ ਇਹ ਗੱਲ ਦੇ ਜਿਹੜੀ ਸਾਨੂੰ ਮਿਸਾਲ ਸਾਡੇ ਸਾਹਮਣੇ ਪੇਸ਼ ਕੀਤੀ ਹੈ। ਫਿਰ ਦੂਜੀ ਇਸ ਤੋਂ ਅਗਲੀ ਬੇਨਤੀ ਹੈ, ਇਹ ਅੰਮ੍ਰਿਤ ਸਾਡੇ 5 ਕਕਾਰਾਂ ਦੀ ਵਰਦੀ ਜਿਹੜੇ ਕੇਸ, ਕੰਘਾ, ਕੜਾ, ਕਿਰਪਾਨ, ਸ਼ਹਿਰਾ ਜਦੋਂ ਧਾਰਨੀ ਸਿੱਖ ਹੋ ਜਾਂਦਾ ਇਹਦਾ ਬਾਹਰੀ ਦਿੱਖ ਜਿਹੜੀ ਹੈ ਇਹ ਜ਼ਰੂਰੀ ਬਣ ਜਾਂਦੀ ਹੈ। ਇਹਨਾਂ ਬਾਹਰੀ ਦਿੱਖ ਤੋਂ ਹੀ ਸਿੱਖੀ ਦੀ ਪਛਾਣ ਜਿਹੜੀ ਹੈ ਸਿੱਖ ਦੀ ਪਛਾਣ ਕੀਤੀ ਜਾਂਦੀ ਹੈ। ਭਾਵੇਂ ਲੱਖਾਂ ਦੀ ਗਿਣਤੀ 'ਚ ਹੋਣ ਉਹਦੇ ਵਿੱਚੋਂ ਵੀ 5 ਕਕਾਰਾਂ ਵਿੱਚ ਜੇ ਸਿੱਖ ਸਜਿਆ ਹੋਵੇ ਤਾਂ ਦੂਰ ਤੋਂ ਹੀ ਪਛਾਣਿਆ ਜਾਂਦਾ ਹੈ। ਤੋ ਇਸੇ ਕਰਕੇ ਨਿਸ਼ਾਨੇ ਸਿੱਖੀ 5 ਹਰਫ ਖਾਬ ਹਰ ਗਿਨਾ ਬਾਸ਼ੇ ਦੀ 5 ਮੁਆਫ ਕੜਾ ਕਾਰ ਦੋ ਕੱਚ ਕੰਘਾ ਕਿ ਜੁਬੀਦਾ ਬਿਨਾ ਕੇਸ ਸੇਜ ਅਸਤ ਜੁਮਲਾ ਨਿਸ਼ਾ। ਇਹ ਕੇਸ ਸ਼੍ਰੋਮਣੀ ਕਕਾਰ ਹਨ, ਇਸ ਲਈ ਕੇਸਾਂ ਨੂੰ ਗੁਰੂ ਕੀ ਮੋਹਰ ਵੀ ਆਖਿਆ ਗਿਆ ਹੈ। ਇਹ 5 ਕਕਾਰਾਂ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤੀ ਹੈ। ਦੇਖੇ ਕੇਸ ਦਸ਼ਮੇਸ਼ ਨੇ ਕਿਹਾ ਮੋਹੋ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰ ਦੇ ਸਦਾ ਹੀ ਯਾਦ ਰੱਖਣਾ, ਕਦੇ ਚੱਲਣੀਆਂ ਸਿਰਾਂ ਤੇ ਆ ਰਹੀਆਂ ਨੇ, ਉੱਠੇ ਹੱਥ ਨਾ ਕਿਸੇ ਮਜ਼ਲੂਮ ਉੱਤੇ, ਕੜਾ ਨਹੀਂ ਏਕੜੀਆਂ ਗਈਆਂ ਮਾਰੀਆਂ ਨੇ, ਕੱਛ ਇਹ ਕੀ ਜੱਤ ਤੇ ਸੱਤ ਹੈ, ਇਹਦੇ ਵਿੱਚ ਹੀ ਬਰਕਤਾਂ ਭਾਰੀਆਂ ਨੇ, ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਤਾਈਓ ਪਿਤਾ ਕਿਰਪਾਨ ਦਾ ਦਾਨ ਦਿੱਤਾ, ਡਰਦਾ ਰਹੇਗਾ ਕਾਲ ਵੀ ਉਸ ਕੋਲੋਂ ਖੰਡੇ ਧਾਰ ਦਾ ਅੰਮ੍ਰਿਤ ਜਿਹਨੇ ਪਾਨ ਕੀਤਾ। ਇਹ ਅੰਮ੍ਰਿਤ ਦੀ ਵਡਿਆਈ ਕਵੀਆਂ ਨੇ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਵੀ ਬਿਆਨ ਕੀਤੀ ਹੈ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਸਾਜਣ ਦੀ ਗੱਲ ਜਦੋਂ ਕੀਤੀ ਉਦੋਂ ਇਹ ਗੱਲ ਕਹੀ, ਮੈਨੂੰ ਲੋੜ ਨਹੀਂ ਲੱਖਾਂ ਬਟੇਰਿਆਂ ਦੀ, ਮੈਨੂੰ ਲੋੜ ਹੈ ਇੱਕੋ ਸ਼ੇਰ ਦੀ ਅੱਜ, ਮੈਨੂੰ ਲੋੜ ਹੈ ਅਣਖ ਦਾ ਇੱਕ ਛੋਲਾ, ਮੈਨੂੰ ਲੋੜ ਨਹੀਂ ਰਾਖ ਦੇ ਢੇਰ ਦੀ ਅੱਜ। ਇਹ ਕਵੀਆਂ ਨੇ ਉਸ ਚਰਿੱਤਰ ਨੂੰ, ਉਸ ਸੀਨ ਨੂੰ ਆਪਣੇ ਸ਼ਬਦਾਂ ਦੇ ਵਿੱਚ ਵੀ ਇਸ ਤਰ੍ਹਾਂ ਜਿਹੜਾ ਹੈ ਬਿਆਨ ਕੀਤਾ ਹੈ। ਤੋ ਕਕਾਰ ਸਿੱਖ ਨੂੰ ਨਿਆਰਾਪਨ ਬਖਸ਼ਦੇ ਹਨ। ਇਹ ਉੱਥੇ ਸਿੱਖ ਨੂੰ ਆਪਣੇ ਆਪ ਨੂੰ ਵੀ ਗੁਰੂ ਵਾਲਾ ਹੋਣ ਦਾ ਅੰਦਰ ਅਹਿਸਾਸ ਕਰਾਉਂਦੇ ਹਨ ਕਿ ਮੈਂ ਗੁਰੂ ਵਾਲਾ ਹਾਂ। ਫਿਰ ਉਹ ਕੰਮ ਕਰਨ ਤੋਂ ਰੁਕਦੇ ਹਨ ਜਿਹੜੇ ਕੰਮ ਸਿੱਖੀ ਹੋਏ ਕਰਨ ਤੋਂ ਮਨਾਹੀ ਕੀਤੀ ਗਈ ਹੈ। ਤੋ ਜਦੋਂ ਸਿੱਖ ਆਪਣੇ ਆਪ ਨੂੰ ਆਪਣੇ ਅੰਦਰ ਹੋਂਦ ਮਹਿਸੂਸ ਕਰ ਲੈਂਦਾ ਹੈ, ਮਾਸਟਰ ਤਾਰਾ ਸਿੰਘ ਜੀ ਕਿਆ ਲਿਖਦੇ ਸਨ, ਕਕਾਰ ਗੁਰੂ ਦੇ ਸਿੱਖ ਦੇ ਪਿਆਰ ਦੀ ਨਿਸ਼ਾਨੀ ਹਨ, ਕਕਾਰਾਂ ਨੂੰ ਦੇਖ ਕੇ ਮੈਨੂੰ ਆਪਣਾ ਗੁਰੂ ਯਾਦ ਆਉਂਦਾ ਹੈ। ਤੇ ਮਾਸਟਰ ਤਾਰਾ ਸਿੰਘ ਜੀ ਦੇ ਬੋਲ ਹਨ। ਲੇਡੀ ਜੈਨੀ ਕੁਲਰ ਹੋਈ, ਉਹਨੇ ਕਿਹਾ ਸਿੱਖ ਵੀਰੋ ਆਪਣੇ ਕਕਾਰ ਤਿਆਗ ਕੇ ਤਾਂ ਦੇਖੋ, ਤੁਸੀਂ ਆਪਣਾ ਕੱਛ ਕੜਾ ਕਿਰਪਾਨ ਤਿਆਗ ਦਿਓ ਤਾਂ ਮੈਂ ਦਿਆਨਤਦਾਰੀ ਨਾਲ ਇਹ ਗੱਲ ਕਹਿ ਸਕਦੀ ਹਾਂ ਕਿ ਸਿੱਖਾਂ ਲਈ ਆਉਣ ਵਾਲਾ ਸਮਾਂ ਬਹੁਤ ਹੀ ਮੰਦਭਾਗਾ ਹੋਵੇਗਾ। ਇਹ ਗੱਲ ਅੰਗਰੇਜ਼ ਬੀਬੀ ਲੇਡੀ ਜੈਨੀ ਕੁਲਰ ਉਹਨੇ ਵੀ ਇਹ ਸ਼ਬਦਾਵਲੀ ਜਿਹੜੀ ਹੈ ਵਰਤੀ ਹੈ। ਤੋ ਇੱਥੇ ਭਾਈ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਬਹੁਤ ਹੀ ਕਮਾਲ ਦੇ ਲਫ਼ਜ਼ ਲਿਖੇ ਹਨ ਕਿ ਉਹ ਸਿੰਘਾ ਯਾਦ ਰੱਖੀ ਇਹ ਤੈਨੂੰ ਸਾਬਤ ਸੂਰਤ ਬਖਸ਼ੀ, ਸੋਹਣਾ ਰੰਗ ਰੂਪ ਬਖਸ਼ਿਆ, ਤੈਨੂੰ ਸੋਹਣੇ ਮਹਿਲ ਬਖਸ਼ੇ, ਮਾੜੀਆਂ ਬਖਸ਼ੀਆਂ, ਉਸ ਮੇਰੇ ਮਾਲਕ ਨੇ, ਉਸ ਗੁਰਦੇਵ ਨੇ ਤੈਨੂੰ ਚੰਗੀਆਂ ਸਵਾਰੀਆਂ ਬਖਸ਼ੀਆਂ, ਘੋੜਾ ਚੜ੍ਹਨ ਲਈ ਦਿੱਤਾ, ਘਰ ਰਹਿਣ ਲਈ ਦਿੱਤੇ, ਜਿੱਥੇ ਸਾਰੀਆਂ ਚੀਜ਼ਾਂ ਬਖਸ਼ੀਆਂ ਉੱਥੇ ਆਪਣਾ ਰੂਪ ਵੀ ਬਖਸ਼ਿਆ, ਆਪਣਾ ਸਰੂਪ ਵੀ ਬਖਸ਼ਿਆ ਤੇ ਸਾਰਾ ਕੁਛ ਬਖਸ਼ ਕੇ ਇੱਕ ਗੱਲ ਕਹੀ, ਖਬਰਦਾਰ ਸਿੱਖਾ ਯਾਦ ਰੱਖੀ ਇਹ ਤੇਰੇ ਪਾਸ ਮੇਰੀ ਅਮਾਨਤ ਹੈ, ਇਸ ਅਮਾਨਤ ਵਿੱਚ ਕਿਤੇ ਖਿਆਨਤ ਨਾ ਕਰੀ, ਕਿਉਂਕਿ ਅਮਾਨਤ ਵਿੱਚ ਖਿਆਨਤ ਕਰਨ ਵਾਲਾ ਬਹੁਤ ਹੀ ਬੇਈਮਾਨ ਤੇ ਕਿਰਤਕਰ ਹੁੰਦਾ ਹੈ। ਇਹ ਲਫ਼ਜ਼ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਲਿਖੇ ਹਨ। ਤਾਂ ਉਹਨਾਂ ਦੇ ਇਹ ਲਫ਼ਜ਼ ਵੀ ਬਹੁਤ ਕਮਾਲ ਦੇ ਹਨ ਜਿਹੜੇ ਸਾਨੂੰ ਉਹਨਾਂ ਦੀਆਂ ਰਚਨਾਵਾਂ ਵਿੱਚ ਮਿਲਦੇ ਹਨ। ਇਹ ਅੰਮ੍ਰਿਤ ਇੱਕ ਐਸੀ ਚੀਜ਼ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਬਚਾਉਣ ਲਈ, ਆਪਣੇ ਨਿਆਰੇਪਨ ਨੂੰ ਕਾਇਮ ਰੱਖਣ ਲਈ ਗੁਰੂ ਸਾਹਿਬਾਨ ਦੀ ਕੀਤੀ ਹੋਈ ਮਿਹਨਤ ਨੂੰ, ਜਿਹੜਾ ਫਲ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਬੂਟਾ ਲਾਇਆ ਸੀ ਉਹਦਾ ਫਲ ਜਿਹੜਾ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਮੇਂ ਦੇ ਵਿੱਚ ਜਿਹੜਾ ਸੀ ਉਹ ਦਿੱਤਾ। ਤਾਂ ਉਹ ਫਲ ਜਿਹੜਾ ਸੀ ਉਸ ਵੇਲੇ ਆ ਕੇ ਲੱਗਾ। ਇਸ ਕਰਕੇ ਇਹ ਅਸੀਂ ਇਹ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ ਕਿ ਇਹ ਅੰਮ੍ਰਿਤ ਦੀ ਦਾਤ ਜਿਹੜੀ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ, ਤੇ ਜਿੱਥੇ ਸਾਡੀ ਆਇਡੈਂਟੀਟੀ ਹੈ, ਜਿੱਥੇ ਸਾਡਾ ਸਰੂਪ ਬਖਸ਼ਦੀ ਹੈ, ਉੱਥੇ ਸਾਡੇ ਗੁਰੂ ਨਾਲ ਰਿਸ਼ਤੇ ਨੂੰ ਬਣਾ ਕੇ ਵੀ ਰੱਖਦੀ ਹੈ। ਤੇ ਗੁਰੂ ਨਾਲ ਜਿਹੜਾ ਰਿਸ਼ਤਾ ਸਾਡਾ ਬਣਿਆ ਹੋਇਆ ਹੈ ਉਹ ਰਿਸ਼ਤੇ ਦੇ ਵਿੱਚ ਹੀ ਸਾਡਾ ਪ੍ਰੇਮ ਭਾਵਨੀ ਤੇ ਸਾਰਾ ਕੁਛ। ਅਨੇਕਾਂ ਹੀ ਹੋਰ ਉਦਾਹਰਨਾਂ ਅੰਮ੍ਰਿਤ ਦੇ ਬਾਰੇ 'ਚ ਦਿੱਤੀਆਂ ਜਾ ਸਕਦੀਆਂ ਹਨ।
ਮੈਂ ਇੱਕ ਗੱਲ ਹੋਰ ਮੈਂ ਸਿਰਫ ਕਹਿਣੀ ਚਾਹਾਂਗਾ ਕਿ ਇਹ ਅੰਮ੍ਰਿਤ ਪੰਥਕ ਸ਼ਕਤੀ ਦਾ ਜਿਹੜਾ ਹੈ ਉਹ ਵੀ ਇੱਕ ਸੋਮਾ ਹੈ, ਪੰਥਕ ਸ਼ਕਤੀ ਦਾ ਸੋਮਾ ਵੀ ਹੈ। ਕਿਉਂਕਿ ਜੇ ਸਿੱਖ ਅੰਮ੍ਰਿਤ ਛਕ ਕੇ ਖਾਲਸਾ ਪੰਥ ਦਾ ਹਿੱਸਾ ਨਾ ਬਣਦੇ ਤਾਂ ਆਪਣੀ ਹੋਂਦ ਨੂੰ ਵੀ ਨਾ ਬਚਾ ਸਕਦੇ, ਨਾ ਹੀ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵੱਲੋਂ ਲਿਆਂਦੀ ਹੋਈ ਸੰਪੂਰਨ ਕ੍ਰਾਂਤੀ ਜਾਰੀ ਰੱਖ ਸਕਦੇ, ਤੇ ਨਾ ਹੀ ਸਿੱਖ ਕੋਈ ਨਵਾਂ ਇਤਿਹਾਸ ਰਚ ਸਕਦੇ। ਇਹ ਬਗੂਲ ਜਿਹੜੇ ਹਨ ਸਾਡੇ ਕਲਾਸ ਵਿੱਚ ਬੈਠੇ ਹੋਏ ਸਾਡੇ ਪੁਰਾਣੇ ਸਾਡੇ ਤੋਂ ਸੀਨੀਅਰ ਕਿਰਪਾਲ ਸਿੰਘ ਜੀ ਚੰਦਨ, ਉਹਨਾਂ ਨੇ ਵੀ ਇਹ ਕਿਤਾਬ ਲਿਖੀ ਹੈ, ਬੜੀ ਛੋਟੀ ਜਿਹੀ ਪਹਿਲ, ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ, ਜੋ ਸਿੱਖ ਮਿਸ਼ਨ ਘਾਰੇ ਨੇ ਛਾਪਿਆ। ਇਹ ਜਿਹੜੀਆਂ ਲਾਈਨਾਂ ਮੈਂ ਬੋਲੀਆਂ ਹਨ ਇਹ ਉਹਨਾਂ ਦੀਆਂ ਲਿਖੀਆਂ ਹੋਈਆਂ ਲਾਈਨਾਂ ਹਨ, ਜਿਹੜੀ ਸਰ ਕਿਰਪਾਲ ਸਿੰਘ ਜੀ ਚੰਦਨ ਅੱਜ ਵੀ ਸਾਡੀ ਕਲਾਸ ਵਿੱਚ ਆਏ ਹੋਏ ਹਨ, ਬੈਠੇ ਹਨ ਔਰ ਰੋਜ਼ ਅਟੈਂਡ ਕਰਦੇ ਹਨ। ਇਹ ਲਾਈਨਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਹਨ, ਉਹਨਾਂ ਦੇ ਟੈਕਸਟ ਵਿੱਚੋਂ ਮੈਂ ਜਦੋਂ ਪੜ੍ਹੀਆਂ ਸੀ ਤਾਂ ਅੰਡਰਲਾਈਨ ਕਰਕੇ ਇਹਨਾਂ ਮੈਂ ਰੱਖਿਆ ਹੋਇਆ ਸੀ। ਇਹ ਲਾਈਨਾਂ ਵੀ ਬਹੁਤ ਭਾਵ ਜਿਹੜੀਆਂ ਹਨ ਉਹ ਰੱਖਦੀਆਂ ਹਨ ਵੀ ਜੇ ਸਿੱਖ ਅੰਮ੍ਰਿਤ ਛਕ ਕੇ ਖਾਲਸਾ ਪੰਥ ਦਾ ਅੰਗ ਨਾ ਬਣਦੇ ਤਾਂ ਨਾ ਹੀ ਉਹ ਆਪਣੀ ਹੋਂਦ ਬਚਾ ਸਕਦੇ, ਤੇ ਨਾ ਹੀ ਗੁਰੂ ਨਾਨਕ ਪਾਤਸ਼ਾਹ ਦੀ ਸੰਪੂਰਨ ਕ੍ਰਾਂਤੀ ਜਾਰੀ ਰਹਿ ਸਕਦੀ, ਤੇ ਨਾ ਹੀ ਸਿੱਖ ਕੋਈ ਨਵਾਂ ਇਤਿਹਾਸ ਰਚ ਸਕਦਾ। ਇਸ ਕਰਕੇ ਇਹ ਅੰਮ੍ਰਿਤ ਛਕਣਾ ਇੱਕ ਪੰਥਕ ਸ਼ਕਤੀ ਦਾ ਜਿਹੜਾ ਰੂਪ ਹੈ ਇਹ ਵੀ ਸਾਡੇ ਸਾਹਮਣੇ ਹੈ। ਇਹ ਮੇਰੀ ਪੀਰੀ ਦਾ ਸੁਮੇਲ ਹੈ, ਇਹ ਧਰਮ ਦੀ ਚੜ੍ਹਦੀ ਕਲਾ ਦਾ ਹੈ, ਇੱਕ ਅਨੁਸ਼ਾਸਿਤ ਜੀਵਨ ਜਿਉਣ ਦੀ ਨਿਸ਼ਾਨੀ ਹੈ। ਇਹ ਇੱਕ ਐਸਾ ਜੀਵਨ ਹੈ ਜਿਸ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਹੈ। ਇਹ ਇੱਕ ਤਬਦੀਲੀ ਹੈ, ਇੱਕ ਚੇਂਜ ਹੈ, ਉਹਦਾ ਅਹਿਮ ਪ੍ਰਗਟਾਵਾ ਹੈ ਜੋ ਸਾਨੂੰ ਦੇਖਣ ਵਿੱਚ ਮਿਲਦਾ ਹੈ। ਇਸ ਵਾਸਤੇ ਇਹਦੇ ਵਾਸਤੇ ਮੈਂ ਹੋਰ ਸਮਾਂ ਨਾ ਲੈਂਦਾ ਹੋਇਆ ਸਿਰਫ ਇੰਨੀ ਕੁ ਬੇਨਤੀ ਕਰਾਂਗਾ ਕਿ ਇਹ ਮੇਰੇ ਉਦਾਹਰਨ ਇਤਿਹਾਸ ਵਿੱਚੋਂ ਸਾਨੂੰ ਵੀ ਮਿਲਦੀਆਂ ਹਨ ਕਿ ਮੁਕਤਸਰ ਦੀ ਜੰਗ ਤੋਂ ਬਾਅਦ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ ਆ ਕੇ ਠਹਿਰੇ ਤਾਂ ਇੱਥੋਂ ਦੇ ਇਲਾਕੇ ਦਾ ਚੌਧਰੀ ਡੱਲਾ ਸੀ, ਉਸਨੇ ਗੁਰੂ ਜੀ ਦੀ ਬੜੀ ਸੇਵਾ ਕੀਤੀ। ਉਸ ਖਬਰ ਮਿਲਣ ਤੇ ਸਰਹੰਦ ਦੇ ਸੂਬੇਦਾਰ ਨੇ ਨਵਾਬ ਵਜ਼ੀਰ ਖਾਨ ਦੇ ਚੌਧਰੀ ਡੱਲੇ ਨੂੰ ਹੁਕਮ ਵੀ ਲਿਖ ਕੇ ਭੇਜੇ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਹਵਾਲੇ ਕਰ ਦੇਵੇ, ਪਰ ਚੌਧਰੀ ਡੱਲੇ ਦੇ ਉੱਤੇ ਕੋਈ ਉਹਦਾ ਅਸਰ ਨਹੀਂ ਹੋਇਆ। ਉਹ ਡੋਲ ਰਿਹਾ, ਗੁਰੂ ਜੀ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਰਿਹਾ, ਤਨ ਮਨ ਧਨ ਨਾਲ ਉਹਦੇ ਸੇਵਾ ਗੁਰੂ ਜੀ ਦੀ ਜਾਰੀ ਰੱਖੀ। ਵਜ਼ੀਰ ਖਾਨ ਨੇ ਜਦੋਂ ਲਿਖ ਕੇ ਵੀ ਇਹ ਭੇਜਿਆ ਗੁਰੂ ਸਾਹਿਬ ਨੂੰ ਫੜਨ ਲਈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਅੱਗੋਂ ਜਵਾਬ ਸੀ ਤੇਰਾ ਮੂੰਹ ਤੋੜ ਉੱਤਰ ਵੀ ਜਿਹੜਾ ਹੈ ਇਸ ਗੱਲ ਦਾ ਦਿੱਤਾ ਜਾਏਗਾ। ਤੇ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਸਾਰਾ ਕੁਝ ਆਪਣੇ ਰਾਜ ਭਾਗ ਨੂੰ ਖਤਰੇ ਚ ਪਾਉਣ ਵਾਲਾ ਭਾਈ ਡੱਲਾ ਇੱਕ ਦਿਨ ਕਹਿਣ ਲੱਗਾ, ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ, ਡੱਲਿਆ ਤੂੰ ਬੜੀ ਸੇਵਾ ਕੀਤੀ ਹੈ, ਤੇਰੀ ਬੜੀ ਕੁਰਬਾਨੀ ਹੈ, ਤੂੰ ਇਤਨੇ ਵਿਖੜੇ ਸਮੇਂ ਦੇ ਵਿੱਚ ਵੀ ਇਹ ਸਾਰੇ ਵਿਖੜੇ ਹਾਲਾਤਾਂ ਦੇ ਵਿੱਚ ਵੀ ਸਾਡੇ ਨਾਲ ਸੇਵਾ ਕੀਤੀ ਹੈ, ਦੱਸ ਤੈਨੂੰ ਜਿਹੜੀ ਚੀਜ਼ ਅਸੀਂ ਗੁਰੂ ਨਾਨਕ ਦੇ ਘਰ ਤੇ ਅਰਦਾਸ ਕਰੀ। ਤਾਂ ਉਹਨੇ ਕਿਹਾ, ਪਾਤਸ਼ਾਹ ਸਾਰਾ ਕੁਝ ਮੇਰੇ ਪਾਸ ਹੈ, ਜੇ ਤਰੁੱਠੇ ਹੀ ਹੋ ਤਾਂ ਮੈਨੂੰ ਆਪਣੇ ਚਰਨਾਂ 'ਚ ਪੀੜੀ ਦੀ ਥਾਂ ਬਖਸ਼ ਦਿਓ। ਤੇ ਕਲਗੀਧਰ ਪਾਤਸ਼ਾਹ ਨੇ ਕੋਈ ਝੂਠਾ ਲਾਰਾ ਨਹੀਂ ਲਾਇਆ। ਇਤਿਹਾਸ ਇਹ ਲਿਖਦਾ ਹੈ ਕਿ ਸਪਸ਼ਟ ਤੌਰ ਤੇ ਕਹਿ ਤਾਂ ਡੱਲਿਆ ਹਾਲੇ ਤੱਕ ਗੁਰੂ ਵਾਲਾ ਹੀ ਨਹੀਂ ਬਣਿਆ, ਤੇ ਨਗੁਰੇ ਕਾ ਹੈ ਨਾਮ ਬੁਰਾ ਵਾਲੀ ਗੱਲ ਗੁਰਬਾਣੀ ਵੀ ਲਿਖਦੀ ਹੈ। ਇਸ ਵਾਸਤੇ ਦੁਨਿਆਵੀ ਸੇਵਾ ਦੇ ਬਦਲੇ ਦੁਨਿਆਵੀ ਪਦਾਰਥ ਵੀ ਮਿਲ ਸਕਦੇ ਹਨ। ਇਸ ਚਰਨਾਂ ਵਿੱਚ ਥਾਂ ਲੈਣ ਲਈ ਤਾਂ ਗੁਰੂ ਵਾਲੇ ਬਣਨਾ ਪੈਂਦਾ ਹੈ। ਇਤਿਹਾਸ ਨੇ ਵੀ ਲਿਖਿਆ ਕਿ ਭਾਈ ਡੱਲਾ ਜੀ ਉਸੇ ਦਿਨ ਆਪਣੇ ਪਰਿਵਾਰ ਸਮੇਤ ਗੁਰੂ ਖੰਡੇ ਬਾਟੇ ਦੀ ਪਹੁੰਚ ਲੈ ਕੇ ਗੁਰੂ ਵਾਲੇ ਬਣੇ। ਉਹ ਇਤਿਹਾਸ ਜਿਹੜਾ ਹੈ ਉਸ ਨਵਾਂ ਇਤਿਹਾਸ ਜਿਹੜਾ ਸੀ ਉਹ ਸਿਰਜਿਆ। ਤਾਂ ਮੇਰੇ ਸਿਰਫ ਕਹਿਣ ਦਾ ਮਤਲਬ ਇਹ ਹੈ ਵੀ ਅੰਮ੍ਰਿਤ ਸੰਸਕਾਰ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਅੰਮ੍ਰਿਤ ਬਾਰੇ ਥੋੜੀ ਜਿਹੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ, ਜਿਹਨੂੰ ਸ਼ਗਨ ਤੋਂ ਅਸੀਂ ਆਮ ਤੌਰ ਤੇ ਡਰਦੇ ਹਾਂ। ਆਮ ਤੌਰ ਤੇ ਇਹ ਕਹਿ ਤਾਂ ਜਾਂਦਾ ਹਾਲੇ ਬੜੀ ਉਮਰ ਪਈ ਹੈ, ਹਲੇ ਤਾਂ ਘਰ ਦੇ ਕਾਰਜ ਪੂਰੇ ਨਹੀਂ ਕਰਨੇ। ਇਹ ਤਾਂ ਕੋਈ ਬੰਦਾ ਦਾਅਵਾ ਹੀ ਨਹੀਂ ਕਰ ਸਕਦਾ ਉਹਦੀ ਉਮਰ ਕਿੰਨੀ ਹੈ ਤੇ ਕਿੰਨੀ ਨਹੀਂ ਹੈ। ਇਹ ਭੁਲੇਖੇ ਸਾਡੇ ਮਨਾਂ ਦੇ ਵਿੱਚ ਹਨ। ਇਹਨਾਂ ਭੁਲੇਖਿਆਂ ਦੇ ਵਿੱਚੋਂ ਸਾਨੂੰ ਬਚ ਕੇ ਹੀ ਜ਼ਿੰਦਗੀ ਜਿਉਣ ਦੀ ਗੱਲ ਹੈ ਕਿ ਅਸੀਂ ਇਸ ਭੁਲੇਖੇ ਵਿੱਚ ਨਾ ਰਹੀਏ। ਸਤਿਗੁਰ ਨੇ ਤਾਂ ਇਹ ਗੱਲ ਸਾਨੂੰ ਸਮਝਾਈ ਹੈ ਵੀ ਜੇ ਅਸੀਂ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦੇ, ਗੁਰੂ ਵਾਲੇ ਨਹੀਂ ਬਣਦੇ ਤਾਂ ਬੀਤ ਜਾਹੇ ਜਨਮ ਆਕਾਸ਼ ਰੇ, ਨਿਸ ਜਨ ਸੁਣ ਕੇ ਪ੍ਰਾਨ ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ ਕਹਾਂ ਜਾਇਓ ਭਾਜਰੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਉਪਦੇਸ਼ ਵੀ ਸਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ ਜੋ ਜਾਇਜਾਵੰਤੀ ਰਾਗ ਵਿੱਚ ਉਹਨਾਂ ਨੇ ਸਾਡੀ ਝੋਲੀ ਵਿੱਚ ਪਾਇਆ। ਤੋ ਇਸ ਵਾਸਤੇ ਬੇਨਤੀ ਕਰ ਰਿਹਾ ਹਾਂ ਕਿ ਇਹ ਸੰਸਕਾਰ, ਇਹ ਅੰਮ੍ਰਿਤ, ਇਹ ਖੰਡੇ ਬਾਟੇ ਦੀ ਪੌਲ ਜਿਹੜੀ ਸਾਡੀ ਆਪਣੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੈ, ਸਾਨੂੰ ਇਹਦੇ ਲਈ ਇਹ ਬਹਾਨੇ ਨਹੀਂ ਕਰਨੇ ਚਾਹੀਦੇ। ਹਾਂ, ਕਈ ਵਾਰੀ ਅਸੀਂ ਕਹਿੰਦੇ ਨੇ ਜਿੱਦਾਂ ਸਾਡੇ ਤੇ ਬਖਸ਼ਿਸ਼ ਹੀ ਨਹੀਂ ਹੋਈ, ਹਲੇ ਤਾਂ ਸਾਡੀ ਤਿਆਰੀ ਨਹੀਂ ਹੋਈ ਤੇ ਅਸੀਂ ਕਿੱਦਾਂ ਛਕ ਲਈਏ ਜਾਂ ਕਿੱਦਾਂ ਕਰ ਲਈਏ।
मैं इत्थे थोड़ी जी आप जी ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਤਿਆਰੀ ਗੁਰੂ ਪਾਤਸ਼ਾਹ ਆਪ ਕਰਾਉਂਦੇ ਹਨ। ਮਨੁੱਖ ਦੇ ਆਪਣੇ ਵੱਸ ਦੀ ਨਹੀਂ, ਉਹ ਤਾਂ ਆਪਣੇ ਵੱਸ ਦੀ ਗੱਲ ਹੋਵੇ, ਉਹਨੂੰ ਅਰਦਾਸ ਕਰਨੀ ਚਾਹੀਦੀ ਹੈ ਸਤਿਗੁਰ ਦੇ ਅੱਗੇ, ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਿ ਅੰਮ੍ਰਿਤ ਦੀ ਦਾਤ ਬਖਸ਼ੋ ਤੇ ਉਹਦੀ ਅੰਮ੍ਰਿਤ ਨੂੰ ਸੰਭਾਲਣ ਦੀ ਸਾਨੂੰ ਬਖਸ਼ਿਸ਼ ਦਾ ਹੱਥ ਵੀ ਸਾਡੇ ਸਿਰ ਤੇ ਰੱਖੋ। ਤਾਂ ਅਸੀਂ ਅਰਦਾਸ ਕਰੀਏ ਗੁਰੂ ਦੇ ਅੱਗੇ, ਜਿਹੜੀ ਅਰਦਾਸ ਨਾਲ ਵੱਡੇ ਵੱਡੇ ਕਾਰਜ ਸਾਡੇ ਜਿਹੜੇ ਸਿੱਧ ਹੋ ਜਾਂਦੇ। ਇਹ ਅੰਮ੍ਰਿਤ ਦੀ ਛੋਟੀ ਜਿਹੀ ਆਪਾਂ ਵਿਚਾਰ ਜਿਹੜੀ ਕਰ ਲਈ ਹੈ। ਹੁਣ ਆਪਾਂ ਅੰਮ੍ਰਿਤ ਸੰਸਕਾਰ ਦੀ ਗੱਲ ਕਰਾਂਗੇ, ਜੋ ਸਿੱਖ ਰਹਿਤ ਮਰਿਆਦਾ ਵਿੱਚ ਜਿਸ ਦਾ ਵਰਣਨ ਜਿਹੜਾ ਹੈ ਉਹ ਕੀਤਾ ਗਿਆ ਹੈ। ਅੰਮ੍ਰਿਤ ਸੰਸਕਾਰ ਵਿੱਚ ਸਭ ਤੋਂ ਪਹਿਲਾਂ ਲਿਖਿਆ ਹੈ, ਅੰਮ੍ਰਿਤ ਛਕਾਉਣ ਲਈ ਇੱਕ ਖਾਸ ਸਥਾਨ ਤੇ ਪ੍ਰਬੰਧ ਹੋਵੇ, ਉੱਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ। ਇਹ ਸਿੱਖ ਰਹਿਤ ਮਰਿਆਦਾ ਜੋ 2015 ਦਾ ਐਡੀਸ਼ਨ ਹੈ, ਉਹਦੇ ਪੰਨਾ ਨੰਬਰ 27 ਦੇ ਉੱਤੇ ਇਹ ਹੈਡਿੰਗ ਜਿਹੜਾ ਹੈ ਉਹ ਮਿਲਦਾ ਹੈ। ਜਦੋਂ ਵੀ ਪ੍ਰੇਮੀ ਸਿੱਖ ਸੰਗਤ ਵਿੱਚ ਹਾਜ਼ਰ ਹੋ ਕੇ ਅੰਮ੍ਰਿਤ ਪਾਨ ਦੀ ਇੱਛਾ ਪ੍ਰਗਟ ਅੰਮ੍ਰਿਤ ਪਾਨ ਕਰਨ ਦੀ ਇੱਛਾ ਪ੍ਰਗਟ ਕਰਦੇ ਹਨ, ਤਾਂ ਸੰਗਤ ਦੇ ਲਈ ਇਸ ਲਈ ਲੋੜੀਂਦਾ ਪ੍ਰਬੰਧ ਵੀ ਕਰਦੀ ਹੈ। ਇਹ ਹੁਕਮ ਹੈ ਕਿ ਇਸ ਕਾਰਜ ਨੂੰ ਨਵੇਕਲੇ ਜਿਹੇ ਸਥਾਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਨਵੇਕਲਾ ਭਾਵ ਵੱਖਰਾ ਪ੍ਰਬੰਧ ਕੀਤਾ ਜਾਵੇ ਜਿੱਥੇ ਆਮ ਲੋਕਾਂ ਦਾ ਲਾਂਘਾ ਨਾ ਹੋ। ਖਾਸ ਜਾਂ ਨਵੇਕਲੇ ਸਥਾਨ ਤੇ ਪ੍ਰਬੰਧ ਕਰਨ ਤੋਂ ਭਾਵ ਕੋਈ ਓਲੇ ਵਿੱਚ ਜਾਂ ਚੁੱਪ ਘੜੋਮ ਵਿੱਚ ਜਾਂ ਕੰਨਾਂ ਵਿੱਚ ਕੁਰਵਰ ਮੰਤਰ ਵਾਲੇ ਵਿੱਚ ਇਹਦਾ ਮਤਲਬ ਇਹ ਨਹੀਂ ਹੈ। ਇਹਦਾ ਮਤਲਬ ਇਹ ਨਹੀਂ, ਸਗੋਂ ਇਹ ਯਤਨ ਹੈ ਕਿ ਇਹ ਸਾਰਾ ਕਾਰਜ ਦੌਰਾਨ ਜਿਹੜੇ ਅੰਮ੍ਰਿਤ ਪਾਨ ਕਰਨ ਵਾਲੇ ਹਨ ਜਾਂ ਅੰਮ੍ਰਿਤ ਪਾਨ ਕਰਾਉਣ ਵਾਲੇ ਹਨ, ਉਹਨਾਂ ਦੀ ਬਿਰਤੀ ਦਾ ਟਿਕਾਓ ਬਣਿਆ ਰਹੇ। ਇੱਥੇ ਨਵੇਕਲੇ ਦਾ ਮਤਲਬ ਇਹ ਨਹੀਂ ਵੀ ਕੰਨਾਂ ਮੁੰਨਾ ਕਰ ਕਰਕੇ ਕਿ ਉਹਨਾਂ ਦੇ ਵੱਖਰਾ ਮੰਤਰ ਦੇਣਾ। ਇਹ ਇਸ ਵਾਸਤੇ ਹੈ ਕਿ ਇਹ ਕਾਰਜ ਇੱਕ ਅਹਿਮ ਕਾਰਜ ਹੈ ਸਿੱਖ ਦੀ ਜ਼ਿੰਦਗੀ ਦਾ, ਤੇ ਇਸ ਕਾਰਜ ਦੇ ਵੇਲੇ ਉਹਨਾਂ ਦਾ ਟਿਕਾਓ ਜਿਹੜਾ ਹੈ ਉਹ ਬਣਿਆ ਰਹੇ। ਤੇ ਇੱਥੇ ਸਮਾਂ ਕਈ ਘੰਟਿਆਂ ਦਾ ਸਮਾਂ ਜਿਹੜਾ ਹੈ ਉਹ ਅੰਮ੍ਰਿਤ ਸੰਚਾਰ ਨੂੰ ਲੱਗ ਜਾਂਦਾ ਹੈ। ਇਸ ਦੌਰਾਨ ਕਈਆਂ ਦੀ ਸੋਧ ਸੁਧਾਈ, ਅੰਮ੍ਰਿਤ ਦੀ ਤਿਆਰੀ, ਅੰਮ੍ਰਿਤ ਛਕਾਉਣਾ, ਰਹਿਤ ਬਹਿਤ ਦੱਸਣੀ, ਉਹਦੀ ਸੋਝੀ ਦੇਣੀ, ਫਿਰ ਜੇ ਸਾਰਾ ਕੁਛ ਅੱਗੇ ਸੰਗਤ ਵਿੱਚ ਦੀਵਾਨ ਦਾ ਪ੍ਰੋਗਰਾਮ, ਆਮ ਲੋਕਾਂ ਦੀ ਆਵਾਜਾਈ, ਬੱਚਿਆਂ ਦਾ ਬਹੁਤ ਸਮਾਂ ਟਿਕ ਕੇ ਨਾ ਬੈਠ ਸਕਣਾ, ਇਹ ਸਾਰੇ ਬਿਰਤੀ ਦੇ ਖਿੰਡਾਉਣ ਵਿੱਚ ਹੀ ਗੱਲਾਂ ਕਰਦੇ ਹਨ ਤਾਂ ਬਿਰਤੀ ਖਿੰਡ ਜਾਂਦੀ ਹੈ। ਇਸ ਕਰਕੇ ਇਹਨਾਂ ਕਾਰਨਾਂ ਨੂੰ ਧਿਆਨ ਰੱਖ ਕੇ ਇਹ ਪੰਥ ਨੇ ਫੈਸਲਾ ਕੀਤਾ ਹੈ ਇਸ ਸਥਾਨ ਦਾ ਆਮ ਕਰਕੇ ਇੱਕ ਨਵੇਕਲਾ ਸਥਾਨ ਹੋਵੇ ਜਿੱਥੇ ਆਮ ਲੋਕਾਂ ਦਾ ਲਾਂਘਾ ਜਿਹੜਾ ਹੈ ਉਹ ਨਾ ਹੋਵੇ। ਦੂਜੇ ਪਾਸੇ ਅਸੀਂ ਇਹ ਕਹਿ ਸਕਦੇ ਹਾਂ ਕਿ ਦਾਤ ਲੈ ਕੇ ਸਿੱਖ ਦਾ ਦੂਜਾ ਜਨਮ ਹੋਣਾ ਹੈ। ਇੱਕ ਜਨਮ ਸਾਡੇ ਮਾਤਾ ਪਿਤਾ ਦੇ ਘਰ ਵਿੱਚ ਹੁੰਦਾ ਹੈ, ਇੱਕ ਜਨਮ ਸਾਡਾ ਗੁਰੂ ਦੇ ਘਰ ਵਿੱਚ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਖੁਦ ਗੋਡਿਆਂ ਦੇ ਭਾਰ ਹੋ ਕੇ ਜਦੋਂ ਇਹ ਦਾਤ ਮੰਗੀ ਇਸ ਨਵੇਂ ਜਨਮ ਦੀ ਖਾਤਰ, ਸਤਿਗੁਰੂ ਪਾਤਸ਼ਾਹ ਦੀ ਉਸ ਗੱਲ ਤੋਂ ਵੀ ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਹੈ ਕਿ ਦਾਤ ਲੈਣੀ ਕਿੰਨੀ ਜ਼ਰੂਰੀ ਹੈ। ਇਸ ਵਿੱਚ ਗੁਰੂ ਜੀ ਵੱਲੋਂ ਅੰਮ੍ਰਿਤ ਦੀ ਬਖਸ਼ਿਸ਼ ਦਾਤ ਪ੍ਰਾਪਤ ਲਈ ਗੁਰੂ ਨਾਲ ਅਸੀਂ ਬਚਨ ਵੀ ਕਰਨਾ ਹੈ, ਪ੍ਰਣ ਵੀ ਕਰਨਾ ਹੈ। ਇਹ ਜ਼ਰੂਰੀ ਹੈ ਕਿ ਇਸ ਸਥਾਨ ਤੇ ਆਵਾਜਾਈ ਤੋਂ ਰਹਿਤ ਹੋਣ ਅਤੇ ਨਵੇਕਲਾ ਹੋਵੇ, ਜਿਹਦੇ ਵਿੱਚ ਕੋਈ ਵੀ ਖਲਲ ਵਗੈਰਾ ਜਿਹੜਾ ਹੈ ਉਹ ਨਾ ਪਵੇ। ਇਸ ਵਾਸਤੇ ਲਿਖਿਆ ਗਿਆ ਅੰਮ੍ਰਿਤ ਛਕਾਉਣ ਲਈ ਇੱਕ ਖਾਸ ਸਥਾਨ ਤੇ ਪ੍ਰਬੰਧ ਹੋਵੇ, ਉੱਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ। ਤਾਂ ਇਸ ਤੋਂ ਅੱਗੇ ਹੈ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ 6 ਤਿਆਰ ਬਰ ਤਿਆਰ, ਘੱਟ ਤੋਂ ਘੱਟ 6 ਤਿਆਰ ਬਰ ਤਿਆਰ, ਘੱਟ ਤੋਂ ਘੱਟ 6 ਤਿਆਰ ਬਰ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਵਿੱਚੋਂ ਇੱਕ ਤਾਬਿਆ ਬੈਠੇ ਤੇ ਬਾਕੀ 5 ਅੰਮ੍ਰਿਤ ਛਕਾਉਣ ਲਈ ਹੋਣ। ਇਹਨਾਂ ਵਿੱਚ ਸਿੰਘੜੀਆਂ ਵੀ ਸ਼ਾਮਲ ਹੋ ਸਕਦੀਆਂ ਹਨ। ਇਹਨਾਂ ਸਾਰਿਆਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਇਹ ਹੁਣ ਅਗਲੀ ਸ਼ਰਤ ਜਿਹੜੀ ਹੈ ਉਹ ਹੈ। ਤੋ ਇਹ ਕੱਲ ਇੱਕ ਸਵਾਲ ਵੀ ਆਇਆ ਸੀ ਕਿ ਬੀਬੀਆਂ 5 ਪਿਆਰਿਆਂ ਵਿੱਚ ਸ਼ਾਮਲ ਹੋ ਸਕਦੀਆਂ ਹਨ। ਮੈਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਇਹਦਾ ਜਵਾਬ ਅੱਗੇ ਜਦੋਂ ਅੰਮ੍ਰਿਤ ਸੰਸਕਾਰ ਹੈ ਉਹਦੇ ਵਿੱਚ ਆ ਜਾਏਗਾ, ਤੇ ਮੈਂ ਉਹਦਾ ਵੀ ਆਪ ਜੀ ਦੇ ਨਾਲ ਉੱਤਰ ਸਾਂਝਾ ਕਰਦਿਆਂ ਵੀ ਸਭ ਤੋਂ ਪਹਿਲਾਂ ਹੈ ਸਥਾਨ ਦੀ ਤਿਆਰੀ ਦਾ ਗੱਲ। ਇਹ ਸਥਾਨ ਅੰਮ੍ਰਿਤ ਦਾ ਬਾਟਾ ਜਿੱਥੇ ਤਿਆਰ ਕੀਤਾ ਜਾਂਦਾ ਹੈ, ਇਹਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਸਵੱਛ ਹੋਣਾ ਚਾਹੀਦਾ ਹੈ। ਫਿਰ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਚਾਹੀਦਾ। ਉੱਥੇ ਪ੍ਰਕਾਸ਼ ਚੰਦੋਆ ਲਾ ਕੇ ਮੰਜੀ ਸਾਹਿਬ ਉੱਪਰ
ਜੇ ਪ੍ਰਕਾਸ਼ ਜਿਹੜਾ ਅਸੀਂ ਗੁਰੂ ਸਾਹਿਬ ਜੀ ਦਾ ਕਰਦੇ ਹਾਂ, ਇਹ ਗੱਲ ਸਮਝਿਓ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਹੈ ਹੋਣਾ ਜ਼ਰੂਰੀ ਹੈ, ਕਿਉਂਕਿ ਸਾਡੇ ਜਾਗਤ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਘੱਟ ਤੋਂ ਘੱਟ 6 ਤਿਆਰ-ਬਰ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਵਿੱਚੋਂ ਇੱਕ ਤਾਬਿਆ ਬੈਠੇ ਅਤੇ ਬਾਕੀ 5 ਅੰਮ੍ਰਿਤ ਛਕਾਉਣ ਲਈ ਹੋਣ। ਇਸ ਮਹਾਨ ਸੇਵਾ ਵਿੱਚ ਤਿਆਰ-ਬਰ ਤਿਆਰ ਅੰਮ੍ਰਿਤਧਾਰੀ ਗੁਰਸਿੱਖ ਬੀਬੀਆਂ ਵੀ ਪੰਜਾਬ ਵਿੱਚ ਸ਼ਾਮਲ ਹੋ ਸਕਦੀਆਂ ਹਨ। ਤੋ ਇਹ ਜੋ ਸਵਾਲ ਸੀ ਵੀ ਬੀਬੀਆਂ ਪੰਜਾਂ ਪਿਆਰਿਆਂ ਸ਼ਾਮਲ ਹੋ ਸਕਦੀਆਂ, ਜੀ ਹੋ ਸਕਦੀਆਂ। ਅਗਲਾ ਜਿਹੜਾ ਉਹਨਾਂ ਦਾ ਸਵਾਲ ਸੀ ਕਿ ਉਹਨਾਂ ਦੀ ਵਰਦੀ ਕਿਹੜੀ ਹੋਵੇ। ਸਿੱਖ ਬੀਬੀ ਦਸਤਾਰ ਸਜਾਵੇ ਜਾਂ ਨਾ ਸਜਾਵੇ, ਦੋਨੋਂ ਹੀ ਠੀਕ ਹਨ। ਸਿੱਖ ਰਹਿਤ ਮਰਿਆਦਾ ਵਿੱਚ ਇਸ ਗੱਲ ਦੀ ਸਾਨੂੰ ਹਦਾਇਤ ਕੀਤੀ ਗਈ ਹੈ। ਅਸੀਂ ਪਹਿਲਾਂ ਵੀ ਇਹ ਗੱਲ ਪੜ੍ਹ ਚੁੱਕੇ ਹਾਂ। ਸਿੱਖ ਲਈ ਦਸਤਾਰ ਤੇ ਸਿੱਖ ਲਈ ਮਰਦ ਲਈ ਦਸਤਾਰ ਤੇ ਕਛਹਿਰੇ ਤੋਂ ਛੁੱਟ ਪੋਸ਼ਾਕ ਤੇ ਕੋਈ ਪਾਬੰਦੀ ਨਹੀਂ। ਲੇਕਿਨ ਸਿੱਖ ਬੀਬੀ ਦਸਤਾਰ ਸਜਾਵੇ ਜਾਂ ਨਾ ਸਜਾਵੇ, ਦੋਨੋਂ ਹੀ ਠੀਕ ਹਨ। ਇਸ ਵਾਸਤੇ ਇਹਦੇ ਲਈ ਅਸੀਂ ਆਪਣੀ ਮਰਜ਼ੀ ਦੇ ਨਾਲ ਤੇ ਕੋਈ ਵੀ ਕਿਸੇ ਦੇ ਉੱਤੇ ਜ਼ਬਰਦਸਤੀ ਨਹੀਂ ਠੋਕ ਸਕਦੇ ਵੀ ਨਹੀਂ ਦਸਤਾਰਾਂ ਬੰਨ੍ਹ ਕੇ ਸ਼ਾਮਲ ਹੋ ਸਕਦੇ ਹਨ ਜਾਂ ਤੁਸੀਂ ਇਸ ਤਰ੍ਹਾਂ ਸ਼ਾਮਲ ਨਹੀਂ ਹੋ ਸਕਦੇ। ਇੱਥੇ ਪੰਥ ਨੇ ਜੋ ਖੁੱਲ੍ਹ ਦਿੱਤੀ ਹੋਈ ਹੈ, ਉਸੇ ਖੁੱਲ੍ਹ ਅਧੀਨ ਹੀ ਬੀਬੀ ਦਸਤਾਰ ਸਜਾਵੇ ਤਾਂ ਵੀ ਬਹੁਤ ਵਧੀਆ ਹੈ, ਚੰਗਾ ਹੈ। ਚੰਗਾ ਹੈ, ਚੁੰਨੀ ਬਾਰ-ਬਾਰ ਖਿੱਚਣੀ ਨਹੀਂ ਪਵੇਗੀ। ਪਰ ਜੇ ਦਸਤਾਰ ਨਹੀਂ ਵੀ ਸਜਾਈ ਤਾਂ ਤੁਸੀਂ ਇਸ ਕਰਕੇ ਉਹਨੂੰ ਸ਼ਾਮਲ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਤੁਸੀਂ ਦਸਤਾਰ ਨਹੀਂ ਸਜਾਈ, ਕਿਉਂਕਿ ਹਦਾਇਤ ਹੈ ਸਿੱਖ ਬੀਬੀ ਦਸਤਾਰ ਸਜਾਵੇ ਜਾਂ ਨਾ ਸਜਾਵੇ, ਦੋਨੋਂ ਹੀ ਠੀਕ। ਤੋ ਇਹ ਜ਼ਰੂਰੀ ਹੈ। ਉਹ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਗੁਰਸਿੱਖ ਬੀਬੀਆਂ ਜਿਹੜੀਆਂ ਜਿਨ੍ਹਾਂ ਪੰਜਾਂ ਪਾਸੋਂ ਪਹੁੰਚ ਲਈ ਔਰ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਪੂਰੇ ਦ੍ਰਿੜ ਹਨ, ਪਰਪੱਕ ਹਨ, ਉਹੀ ਪੰਜਾਂ ਵਿੱਚ ਸ਼ਾਮਲ ਹੋ ਸਕਦੀਆਂ। ਆਪ ਜੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜੇ 5 ਪਿਆਰੇ ਅੰਮ੍ਰਿਤ ਛਕਾਉਣ ਵਿੱਚ ਸ਼ਾਮਲ ਹੁੰਦੇ ਹਨ, ਉਹਨਾਂ ਦੀ ਸੁਧਾਈ ਵੀ ਹੁੰਦੀ ਹੈ। ਉਹਨਾਂ ਵਿੱਚੋਂ ਇੱਕ ਸਿੰਘ ਪਹਿਲਾਂ ਤਾਬਿਆ ਬੈਠ ਕੇ ਬਾਕੀਆਂ ਨੂੰ ਖੜੇ ਕਰਕੇ ਉਹਨਾਂ ਪਾਸੋਂ ਇੱਕ ਇੱਕ ਕੋਲੋਂ ਬਚਨ ਲੈਂਦਾ, ਪੁੱਛਦਾ ਵੀ ਤੂੰ ਸਾਡੇ ਕੋਲੋਂ ਕੋਈ ਕੁਰਾਇਤ ਜਾਂ ਕੋਈ ਹੋਰ ਚੀਜ਼ ਤਾਂ ਨਹੀਂ ਹੋਈ। ਜੇ ਉਹਨਾਂ ਪਾਸੋਂ ਕਿਤੇ ਵੀ ਕੋਈ ਥੋੜ੍ਹੀ ਬਹੁਤੀ ਭੁੱਲ ਹੋਈ ਹੋਵੇ ਤਾਂ ਉਹਨਾਂ ਨੂੰ ਪੰਜਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਉਹਨਾਂ ਨੂੰ ਅੱਗੋਂ ਤਨਖਾਹ ਲਾ ਕੇ ਜਾਂ ਉਸ ਤਰ੍ਹਾਂ ਕਰਕੇ ਭੇਜ ਦਿੱਤਾ ਜਾਂਦਾ ਹੈ। ਉੱਥੇ ਪੰਜਾਂ ਦੀ ਵੀ ਸੁਧਾਈ ਹੁੰਦੀ ਹੈ। ਉਹ ਜਿਹੜੇ 6 ਬੰਦੇ ਹਨ ਆਪੋ ਵਿੱਚੋਂ ਪੰਜਾਂ ਦੀ ਸੁਧਾਈ, ਫਿਰ ਜਿਹੜਾ 6ਵਾਂ ਤਾਬਿਆ ਬੈਠਾ ਹੁੰਦਾ ਹੈ ਉਹਦੀ ਸੁਧਾਈ ਪੰਜਾਂ ਵਿੱਚੋਂ ਕੋਈ ਸਿੰਘ ਜਿਹੜਾ ਹੈ ਉਹ ਕਰਦਾ ਹੈ। ਇਸ ਕਰਕੇ ਇੱਕ ਅਹਿਮ ਕਾਰਜ ਹੈ, ਜਿੱਥੇ ਇਹ ਕੋਈ ਆਮ ਛੋਟਾ ਮੋਟਾ ਕਾਰਜ ਨਹੀਂ ਹੈ ਸਾਡੀ ਜ਼ਿੰਦਗੀ ਦਾ, ਜਿਹਦੇ ਵਿੱਚ ਅਸੀਂ ਕੋਈ ਢਿੱਲ ਜਿਹੜੀ ਹੈ ਉਹ ਦਿੱਤੀ ਜਾ ਸਕੇ। ਫਿਰ ਹੈ ਇਹਨਾਂ ਤਿਆਰ ਬਰ ਤਿਆਰ ਸਿੰਘਾਂ ਨੇ ਕੇਸੀ ਇਸ਼ਨਾਨ ਜਿਹੜਾ ਹੈ ਉਹ ਕੀਤਾ ਹੋਇਆ। ਤੋ ਅੰਮ੍ਰਿਤ ਦੀ ਦਾਤ, ਹੁਣ ਆਪਾਂ ਨੂੰ ਇਸ ਗੱਲ ਤੋਂ ਇੱਕ ਸਪਸ਼ਟ ਹੋ ਜਾਂਦੀ ਹੈ ਕਿ ਅੰਮ੍ਰਿਤ ਦੀ ਦਾਤ ਚਬਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਤੇ ਹਜ਼ੂਰੀ ਵਿੱਚ, ਗੁਰੂ ਦੀ ਹਾਜ਼ਰੀ ਤੇ ਹਜ਼ੂਰੀ ਵਿੱਚ ਹੀ ਦਿੱਤੀ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਗੱਲ ਬੜੀ ਸਪਸ਼ਟ ਹੈ ਕਿ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਅੰਮ੍ਰਿਤ ਦਾ ਬਾਟਾ ਤਿਆਰ ਨਹੀਂ ਹੋ ਸਕਦਾ। ਇਹ ਗੱਲ ਸਾਨੂੰ ਸਪਸ਼ਟ ਤੌਰ ਤੇ ਆਪਣੇ ਅੰਦਰ ਪੱਕੀ ਕਰ ਲੈਣੀ ਚਾਹੀਦੀ ਹੈ। ਅੰਮ੍ਰਿਤ ਛਕਾਉਣ ਲਈ ਸਿੰਘਣੀਆਂ ਵੀ ਸ਼ਾਮਲ ਹੋ ਸਕਦੀਆਂ ਨੇ, ਇਹ ਵੀ ਗੱਲ ਸਪਸ਼ਟ ਹੋ ਗਈ। 5 ਪਿਆਰੇ ਅੰਮ੍ਰਿਤ ਦੀ ਦਾਤ ਦੇਣ ਵਾਲੇ ਇੱਕ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਸਾਰੇ ਅੰਮ੍ਰਿਤ ਭਲਾਖੀਆਂ ਨੇ ਵੀ ਕੇਸੀ ਇਸ਼ਨਾਨ ਕੀਤਾ ਹੋਵੇ। ਇਹ ਵੀ ਨਾਲ ਸ਼ਰਤ ਜਿਹੜੀ ਹੈ ਉਹ ਰੱਖੀ ਗਈ ਹੈ। ਫਿਰ ਇਹਨਾਂ 5 ਪਿਆਰਿਆਂ ਵਿੱਚ ਕੋਈ ਅੰਗਹੀਨ, ਅੰਨਾ, ਕਾਣਾ, ਲੰਗਾ, ਲੂਲਾ ਜਾਂ ਦੀਰਘ ਰੋਗ ਵਾਲਾ ਨਾ ਹੋਵੇ, ਕੋਈ ਤਨਖਾਹੀਆ ਨਾ ਹੋਵੇ, ਸਾਰੇ ਤਿਆਰ ਬਰ ਤਿਆਰ ਹੋਣ। ਤੋ ਅੰਮ੍ਰਿਤ ਦੀ ਦਾਤ ਪ੍ਰਦਾਨ ਕਰਨ ਵਾਲੇ 5 ਪਿਆਰੇ ਤਿਆਰ ਬਰ ਤਿਆਰ, ਦੀਦਾਰੀ ਤੇ ਸਰੀਰਕ ਤੌਰ ਤੇ ਸਵਸਥ ਹੋਣੇ ਚਾਹੀਦੇ ਹਨ। ਇਹਨਾਂ ਦੇ ਸਰੀਰ ਵਿੱਚ ਕਿਸੇ ਕਿਸਮ ਦੇ ਅੰਗ ਭੰਗ ਤੋਂ ਭਾਵ ਆ ਜੋ ਲਿਖੇ ਹੋਏ ਹਨ ਉਹਨਾਂ ਤੋਂ ਰਹਿਤ ਹੋਣੇ ਚਾਹੀਦੇ ਹਨ। ਇਹ ਕਿਸੇ ਵਿਤਕਰੇ ਕਾਰਨ ਨਹੀਂ, ਬਲਕਿ ਅੰਮ੍ਰਿਤ ਬਖਸ਼ਣ ਦੀ ਮਰਿਆਦਾ ਨਿਭਾਉਣ ਲਈ ਇਹ ਚੀਜ਼ਾਂ ਜ਼ਰੂਰੀ ਹਨ। ਇਹਨਾਂ 5 ਪਿਆਰਿਆਂ ਨੇ ਵੀਰ ਆਸਣ ਲਾਉਣਾ ਹੈ। ਇਹਨਾਂ ਦੇ ਦੋਨੇ ਹੱਥ ਅੰਮ੍ਰਿਤ ਦੇ ਬਾਟਿਆਂ ਦੇ ਕੰਢਿਆਂ ਦੇ ਉੱਤੇ ਰੱਖਣੇ ਹੁੰਦੇ ਹਨ। ਉਹਨਾਂ ਦੇ ਨੇਤਰ ਅੰਮ੍ਰਿਤ ਦੇ ਟਿਕਾਉਣੇ ਹੁੰਦੇ ਹਨ। ਇੱਕ ਹੱਥ ਬਾਟੇ ਦੇ ਕੰਢੇ ਰੱਖ ਕੇ ਦੂਸਰੇ ਹੱਥ ਨਾਲ ਖੰਡਾ ਅੰਮ੍ਰਿਤ ਵਿੱਚ ਫੇਰਨਾ ਹੁੰਦਾ ਹੈ। ਦੋਨੇ ਹੱਥਾਂ ਵਿੱਚ ਬਾਟਾ ਚੁੱਕ ਕੇ ਅੰਮ੍ਰਿਤ ਦੀ ਦਾਤ ਵਰਤਾਉਣੀ ਹੁੰਦੀ ਹੈ, ਦੇਣੀ ਹੁੰਦੀ ਹੈ। ਇਸ ਲਈ ਇਹ ਸ਼ਰਤ ਅੰਮ੍ਰਿਤ ਭਲਾਖੀਆਂ ਲਈ ਨਹੀਂ ਹੈ, ਇਹ ਸਿਰਫ ਅੰਮ੍ਰਿਤ ਛਕਾਉਣ ਵਾਲਿਆਂ ਦੇ ਲਈ ਹੈ। ਇੱਥੇ ਗੱਲ ਜਿਹੜੀ ਹੈ ਕਿਉਂ ਦਿੱਤੀ ਗਈ, ਮੈਂ ਫਿਰ ਇੱਧਰ ਆ ਰਿਹਾ, ਕਿਉਂਕਿ 5 ਪਿਆਰੇ ਗੁਰੂ ਜੁਗਤ ਦਾ ਕਰਤੱਵ ਜਾਂ ਫਰਜ਼ ਨਿਭਾਉਂਦੇ ਹਨ। ਇਸ ਲਈ ਇਹ ਸਾਰੇ ਸਿੰਘ ਦਰਸ਼ਨੀ ਭਾਵ ਪ੍ਰਭਾਵਸ਼ਾਲੀ
शख्सियत दिख वाले होण, इन्हां विच कोई अंगहीन जिवें अन्ना काणा लंघा लूला टुंडा जां होर किसी दीर्घ रोग वाला ना होवे जां चमड़ी दा रोग दा शिकार ना होवे। गुरु पंथ ਵੱਲੋਂ ਇਹ फैसला किसी अंगहीन ਨੂੰ ਪਰਾਂ ਹਟਾਉਣ ਦਾ ਯਤਨ नहीं है कि किसी अंगहीन हो गया तो ਉਹਨੂੰ ਅਸੀਂ ਪਰਾਂ ਕਰਨਾ। ਸਗੋਂ ਇਹ ਸੇਵਾ ਦੌਰਾਨ ਜੋ ਮੈਂ ਬੇਨਤੀਆਂ ਕੀਤੀਆਂ ਹਨ, ਵੀਰ ਆਸਣ ਹੋ ਕੇ ਬੈਠਣਾ, ਇੱਕ ਲੱਤ ਗੋਡੇ ਦੇ ਉੱਤੇ ਭਾਰ ਪਾ ਕੇ, ਕਿ ਜਿਹੜਾ ਨਹੀਂ ਬੈਠ ਸਕੇਗਾ, ਜਿਹੜਾ ਦੋਨੇ ਅੱਖਾਂ ਦਾ ਨਾਲ, ਜਿਹਨਾਂ ਦੀ ਨਜ਼ਰ ਨਹੀਂ ਹੈ ਤੇ ਜਿਨ੍ਹਾਂ ਦੇ ਕੋਈ ਹੋਰ ਸਰੀਰਕ ਰੋਗ ਹੈ, ਇਸ ਵਾਸਤੇ ਇਹ ਜ਼ਰੂਰਤਾਂ ਤੇ ਸਿਹਤ ਦੀ ਅਰੋਗਤਾ ਦੇ ਨਿਯਮਾਂ ਨੂੰ ਸਾਹਮਣੇ ਰੱਖ ਕੇ ਇਹ ਨਿਰਣੇ ਜਿਹੜੇ ਹਨ ਉਹ ਕੀਤੇ ਗਏ ਹਨ। ਇੱਥੇ ਐੜਾ ਤੇ ਈੜੀ ਦੇ ਵਿੱਚ ਨਿਯਮਾਂ ਦੀ ਤਿਆਰ ਬਰ ਤਿਆਰ ਸਿੰਘ ਲਿਖਣ ਦਾ ਭਾਵ ਵੀ ਸਾਨੂੰ ਸਮਝਣ ਦੀ ਲੋੜ ਹੈ। ਕੱਲ ਵੀ ਇਹ ਸਵਾਲ ਕੀਤਾ ਸੀ ਡਾਕਟਰ ਸੁਰਿੰਦਰ ਸਿੰਘ ਜੀ ਨੇ ਵੀ ਇਹਦੇ ਵਿੱਚ ਗੁਰੂ ਪੰਥ ਦੇ ਹੁਕਮ ਅਨੁਸਾਰ ਤਤਪਰ ਰਹਿਣ ਵਾਲੇ ਗੁਰਮੁਖਾਂ ਤੋਂ ਵੀ ਹੈ। ਗੁਰੂ ਪੰਥ ਦੇ ਹੁਕਮ ਅਨੁਸਾਰ ਤਤਪਰ ਰਹਿਣ ਵਾਲੇ ਗੁਰਮੁਖਾਂ ਤੋਂ ਵੀ ਹੈ। ਜਿਵੇਂ ਕਿ ਅਸੀਂ ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ ਕਿ ਪ੍ਰੇਮੀ ਨੂੰ ਪੰਥ ਵਿੱਚ ਸ਼ਾਮਲ ਕਰਨ ਦਾ ਕਰਤੱਵ ਉਹੀ ਨਿਭਾ ਸਕਦੇ ਹਨ ਤੇ ਸ਼ਾਮਲ ਹੋਣ ਵਾਲੇ ਪ੍ਰਤੀ ਗੁਰੂ ਪੰਥ ਦਾ ਹੁਕਮ ਜਿਉਂ ਦਾ ਤਿਉਂ ਉਹੀ ਦ੍ਰਿੜ ਕਰਵਾ ਸਕਦੇ ਹਨ ਜੋ ਆਪ ਨਿਰਮਲ ਜੀਵਨ ਵਾਲੇ ਨਾਮ ਬਾਣੀ ਦੇ ਰਸੀਏ, ਨਾਮ ਬਾਣੀ ਨਾਲ ਜੁੜੇ ਹੋਏ, ਬਾਣੀ ਦੀ ਵਿਚਾਰ ਕਰਨ ਵਾਲੇ, ਗੁਰੂ ਪੰਥ ਵੱਲੋਂ ਦੱਸੀ ਹੋਈ, ਬੱਧੀ ਹੋਈ, ਬੰਨੀ ਹੋਈ ਮਰਿਆਦਾ ਦੇ ਪਾਬੰਦ ਹੋਣ। ਗੁਰੂ ਪਾਤਸ਼ਾਹ ਜੀ ਨੇ ਇਹਨਾਂ ਗੁਰਮੁਖਾਂ ਦੀ, ਇਹਨਾਂ ਪੰਚਾਂ ਦੇ ਬਾਰੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਵਰਣਨ ਕੀਤਾ ਹੈ। ਗੁਰਮਤਿ ਪੰਚ ਸਖੇ ਗੁਰ ਭਾਈ, ਗੁਰਮਤਿ ਅਗਨ ਨਿਵਾਰ ਸਮਾਈ, ਮਨ ਮੁਖ ਨਾਮ ਜਪੋ ਜਗ ਜੀਵਨ, ਰਿਦ ਅੰਤਰ ਲਖ ਦਿਖਾਇਆ। ਇਹ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1041 ਦੇ ਉੱਤੇ ਹਨ। ਭਾਈ ਗੁਰਦਾਸ ਜੀ ਦੇ ਜਦੋਂ ਅਸੀਂ ਪੜ੍ਹਦੇ ਹਾਂ ਵਾਰਾਂ ਨੂੰ, ਉੱਥੇ ਵੀ ਲਿਖਿਆ ਹੈ, ਸ਼ਬਦ ਸੁਰਤ ਲੇਵ ਗੁਰਸਿੱਖ ਸਦ ਮਿਲੇ, ਪੰਚ ਪਰਪੰਚ ਮਿਟੇ ਪੰਚ ਪ੍ਰਧਾਨੇ ਹੈ। ਉਹਨਾਂ ਦਾ ਕਵਿਤ ਹੈ ਭਾਈ ਗੁਰਦਾਸ ਜੀ ਦਾ 29 ਨੰਬਰ, ਉਹਦੇ ਚ ਵੀ ਉਹਨਾਂ ਨੇ ਇਹ ਗੱਲ ਜਿਹੜੀ ਲਿਖੀ ਗਈ ਹੈ। ਫਿਰ ਅੱਗੇ ਵੀ ਉਹ ਲਿਖਦੇ ਹਨ, ਕਾਮ ਕ੍ਰੋਧ ਵਿਰੋਧ ਲੰਘ, ਲੋਭ ਮੋਹ ਅਹੰਕਾਰ ਵਿਹਾਣਾ, ਸਤ ਸੰਤੋਖ ਦਇਆ ਧਰਮ ਅਰਥ ਸੁਗਰਥ ਪੰਚ ਪਰਵਾਣਾ। ਇਹ ਬੰਦੇ ਪ੍ਰਵਾਨ ਹਨ ਜਿਹੜਿਆਂ ਦੇ ਇਹ ਗੁਣ ਹੋਣ ਤੇ ਇਹ ਔਗਣ ਨਾ ਹੋਣ। ਉਹਨਾਂ ਨੂੰ ਤਿਆਰ ਬਰ ਤਿਆਰ ਜਿਹੜਾ ਹੈ ਕੀਤਾ, ਤਿਆਰ ਬਰ ਤਿਆਰ ਜਿਹੜਾ ਹੈ ਕਿਹਾ ਗਿਆ ਹੈ। ਉਹਦਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਕਾਮ ਕ੍ਰੋਧ ਅਤੇ ਵੈਰ ਦਾ ਤਿਆਗ ਕੀਤਾ ਹੈ, ਜੋ ਲੋਭ ਮੋਹ ਅਤੇ ਹੰਕਾਰ ਤੋਂ ਬਿਨਾਂ ਹਨ, ਹੰਕਾਰ ਤੋਂ ਰਹਿਤ ਹਨ, ਜਿਨ੍ਹਾਂ ਵਿੱਚ ਸਤ ਸੰਤੋਖ ਦਇਆ ਤੇ ਧਰਮ ਦਾ ਵਾਸਾ ਹੈ, ਧਰਮ ਦਾ ਨਿਵਾਸ ਹੈ, ਜੋ ਗੁਰਬਾਣੀ ਦੇ ਅਰਥ ਬੋਧ ਨੂੰ ਜਾਣਦੇ ਹਨ। ਅਜਿਹੇ ਗੁਰਮੁਖ ਜਿਹੜੇ ਹਨ ਉਹ ਤਿਆਰ ਬਰ ਤਿਆਰ ਗੁਰਮੁਖ ਪੰਚ ਜਾਂ ਸਿੱਖ ਧਰਮ ਵਿੱਚ ਉਹਨਾਂ ਨੂੰ ਸ਼੍ਰੋਮਣੀ ਹੀ ਮੰਨਿਆ ਗਿਆ ਹੈ। ਇਹਨਾਂ ਲਈ ਤਿਆਰ ਬਰ ਤਿਆਰ ਲਫ਼ਜ਼ ਜਿਹੜਾ ਹੈ ਉਹ ਵਰਤਿਆ ਗਿਆ ਹੈ। ਤੋ ਇਹ ਨਹੀਂ, ਇਹ ਫਰਕ ਸਿਰਫ ਇੰਨਾ ਹੀ ਹੈ ਤਿਆਰ ਬਰ ਤਿਆਰ ਲਫ਼ਜ਼ ਵਰਤਣ ਦਾ, ਕਿਉਂਕਿ ਉਹਨਾਂ ਨੇ ਆਪ ਅੱਗੇ ਅੰਮ੍ਰਿਤ ਦੀ ਦਾਤ ਦੇ ਕੇ ਹੋਰ ਸਿੱਖਾਂ ਨੂੰ ਸਿੱਖੀ ਵਿੱਚ ਸ਼ਾਮਲ ਕਰਨਾ ਹੁੰਦਾ ਹੈ। ਅੰਮ੍ਰਿਤ ਛਕਾਉਣਾ ਕਿਸੇ ਨੂੰ ਪੰਥ ਵਿੱਚ ਸ਼ਾਮਲ ਕਰਨ ਦਾ ਇੱਕ ਬਹੁਤ ਵੱਡਾ ਕਾਰਜ ਹੈ। ਜਿਹੜੇ ਲੋਕ ਗੁਰੂ ਪੰਥ ਵੱਲੋਂ ਅੰਮ੍ਰਿਤ ਸੰਸਕਾਰ ਦੇ ਇਸ ਉਦੇਸ਼ ਨੂੰ ਤਿਆਗ ਕੇ ਚੱਲਦੇ ਹਨ, ਨਹੀਂ ਮੰਨਦੇ, ਉਹ ਭਾਰੀ ਭੁੱਲ ਵਿੱਚ ਫਸੇ ਹੋਏ ਹਨ ਅਤੇ ਪੰਥ ਵਿੱਚ ਵੰਡੀਆਂ ਪਾਉਣ ਦਾ ਕਾਰਨ ਵੀ ਉਹ ਬਣ ਜਾਂਦੇ ਹਨ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਸਹੀ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਾ ਸਹੀ। ਉਹੋ ਜਿਹੀਆਂ ਕਈ ਦਲੀਲਾਂ ਤਰਕ ਜਿਹੜੇ ਹਨ ਉਹ ਦਿੱਤੇ ਜਾਂਦੇ ਹਨ। ਅਸੀਂ ਉਦਾਸੀ ਹਾਂ, ਅਸੀਂ ਸੰਪਰਦਾਈ ਹਾਂ, ਸਾਡੇ ਅੰਮ੍ਰਿਤ ਛਕਣਾ ਜ਼ਰੂਰੀ ਨਹੀਂ ਹੈ, ਅਸੀਂ ਧੂੜੀਆਂ ਹੀ ਲਾਉਣੀਆਂ ਹਨ, ਅਸੀਂ ਫਲਾਣਾ ਕਰਨਾ ਹੈ। ਇਹੋ ਜਿਹੀਆਂ ਬਹੁਤ ਸਾਰੀਆਂ ਦਲੀਲਾਂ ਵੀ ਜਿਹੜੀਆਂ ਹਨ ਉਹ ਦਿੱਤੀਆਂ ਜਾਂਦੀਆਂ ਹਨ। ਖੈਰ, ਇੱਥੇ ਆਪਾਂ ਨੂੰ ਗੱਲ ਸਪਸ਼ਟ ਹੈ ਕਿ ਇਹਨਾਂ ਪੰਜਾਂ ਪਿਆਰਿਆਂ ਵਿੱਚ ਕੋਈ ਅੰਗਹੀਨ, ਅੰਨਾ ਕਾਣਾ ਲੰਗਾ ਲੂਲਾ ਜਾਂ ਦੀਰਘ ਰੋਗ ਵਾਲਾ ਨਾ ਹੋਵੇ, ਕੋਈ ਤਨਖਾਹੀਆ ਨਾ ਹੋਵੇ, ਸਾਰੇ ਤਿਆਰ ਬਰ ਤਿਆਰ ਹੋਣ। ਤੋ ਇਹ ਤੀਜੀ ਮੱਧ ਸੀ ਜਿਹੜੀ ਇਹਦੇ ਵਿੱਚ ਸ਼ਾਮਲ ਕੀਤੀ ਗਈ ਹੈ। ਅੱਗੇ ਸੱਸਾ ਮੱਧ ਹੈ। ਅੱਗੇ ਸੱਸਾ ਮੱਧ ਹੈ ਜਿਹੜੀ ਸਾਡੀ ਸਕਰੀਨ ਦੇ ਸਾਹਮਣੇ ਨਜ਼ਰ ਆ ਰਹੀ ਹੈ। ਮਰਿਆਦਾ ਵਿੱਚ ਅਗਲੀ ਮੱਧ ਜਿਹੜੀ ਦੱਸੀ ਗਈ ਹੈ ਸੱਸਾ। ਇੱਥੇ ਲਿਖਿਆ, ਹਰ ਦੇਸ਼, ਹਰ ਮਜ਼ਹਬ ਤੇ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ।
जो सिख धर्म ग्रहण करन ते उसदे असूलां उपर चलन दा प्रण करे। बहुत छोटी अवस्था दा ना होवे, होश संभाली होवे, ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਇਆ ਹੋਵੇ ਤੇ ਹਰੇਕ ਪੰਜ ਕਕਾਰ ਕੇਸ ਕਿਰਪਾਨ ਗਾਤਰੇ ਵਾਲੀ ਇਸ਼ਾਰਾ ਕੰਘਾ ਕੜਾ ਦਾ ਧਾਰਨ ਹੋਵੇ। ਇੱਥੇ ਨਾਲ ਗਾਤਰੇ ਵਾਲੀ ਲਫ਼ਜ਼ ਲਿਖਿਆ ਹੋਇਆ ਹੈ। ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਜਾਂ ਟੋਪੀ ਨਾ ਹੋਵੇ, ਛੇਦਕ ਗਹਿਣੇ ਕੋਈ ਨਾ ਹੋਣ, ਅਦਬ ਨਾਲ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੇ ਹੋਣ। तो ये मद जिहड़ी है भी बड़ी एक जरूरी मद है। 1936 का जिहड़ा एडिशन छपिया सी उहदे विच पहली लाइन दे विच थोड़ा जिहा इतना फर्क सी। उत्थे हर देश कौम मजहब ते जाति दे हर एक सिख इस्त्री पुरुष नूं अमृत छकण दा अधिकार है लिखिया सी। पर 1945 की जिहड़ी छपी हुई रिआयत मर्यादा है उहदे विच कौम लफ्ज़ जिहड़ा सी ओह विचों हटा दिता गया। कदों हटिया? 1945 की छपी हुई ये मर्यादा विचों कढ़ दिता गया, जिहड़ा तब्दीली की गई। एक होर तब्दीली है जो सिखी धर्म ग्रहण करके उसके असूलों पर चलन का चाहवान होवे दी थां ते जो सिख धर्म ग्रहण करन अते उसके असूलों पर चलन का प्रण करन। पहला लफज सीगे जो सिखी धर्म ग्रहण करन ते उसके असूलों पर चलन के चाहवान होवे दी थां ते हुण सिख धर्म ग्रहण करन ते उसके असूलों पर चलन का प्रण करे। ये लफज जिहड़ा है वो कीता गया है। तो इत्थे किरपान गात्र वाली थां ते नवा लफ्ज वरत्या किरपान गात्रे होवे। इत्थे पहले विच लिखिया सी किरपान गात्रे वाली, हुण जिहड़ी नवीं मर्यादा है उह लिखिया किरपान गात्रे होवे। तो गात्रे मतलब गात्रा पाया हुआ होवे। 1936 विच प्रवान कीती सिख रहत मर्यादा भी धार्मिक सलाहकार कमेटी दी जिहड़ी 13वीं इकत्तरता 7 जनवरी 1945 नूं ये 3 तब्दीलियां जिहड़ियां हन वो कीतियां गईयां। ਉਹ ਉੱਥੇ ਲਿਖਿਆ ਹੋਇਆ 13 ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ ਸੱਸਾ ਦੀ ਤੀਜੀ ਲਾਈਨ ਵਿੱਚ ਲਫ਼ਜ਼ ਜੋ ਸਿੱਖੀ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲਾਂ ਉੱਪਰ ਚੱਲਣ ਦਾ ਚਾਹਵਾਨ ਹੋਵੇ ਦੀ ਥਾਂ ਤੇ ਜੋ ਸਿੱਖੀ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ ਕਰ ਦਿੱਤੇ ਜਾਣ। ਇਸ ਅੰਕ ਵਿੱਚ ਲਫ਼ਜ਼ ਕਿਰਪਾਨ ਗਾਤਰੇ ਵਾਲੀ ਵਿੱਚੋਂ ਲਫ਼ਜ਼ ਵਾਲੀ ਕੱਢ ਦਿੱਤਾ ਜਾਵੇ, ਲਫ਼ਜ਼ ਕੱਢ ਦਿੱਤੇ ਜਾਣ ਜਾਂ ਕੱਢ ਦਿੱਤਾ ਜਾਵੇ ਕਿ ਉਹਦੇ ਚ ਜਿਹੜਾ ਮਤਾ ਪਾਸ ਹੋਇਆ ਉਹ ਲਿਖਿਆ ਹੋਇਆ ਹੈ। ਇੱਥੇ ਹੁਣ ਆਪਾਂ ਥੋੜੀ ਜਿਹੀ ਵਿਚਾਰ ਕਰੀਏ। ਅੰਮ੍ਰਿਤ ਛਕਣ ਦਾ ਅਧਿਕਾਰੀ ਹਰ ਕੋਈ ਹੈ। ਪਹਿਲੀ ਗੱਲ ਤਾਂ ਇਹ ਹੈ ਅੰਮ੍ਰਿਤ ਦੀ ਦਾਤ ਹਰ ਪ੍ਰਾਣੀ ਮਾਤਰ ਲਈ ਹੈ। ਸਿੱਖ ਗੈਰ ਸਿੱਖ ਵੀ ਜਿਹੜਾ ਸਿੱਖੀ ਧਰਮ ਦੇ ਵਿੱਚ ਸ਼ਾਮਲ ਹੋਣ ਦਾ ਚਾਹਵਾਨ ਹੋਵੇ। ਇੱਥੇ ਪਾਬੰਦੀ ਨਹੀਂ ਹੈ ਵੀ ਜਿਹੜਾ ਕੇਵਲ ਸਿੱਖ ਹੀ ਹੋਵੇ। ਗੈਰ ਸਿੱਖ ਵੀ ਜਿਹੜਾ ਬਚਨ ਕਰੇ ਵੀ ਇਹ ਰੋਮਾਂ ਦੀ ਬੇਦਬੀ ਜਾਂ ਹੋਰ ਚੀਜ਼ ਨਹੀਂ ਕਰੇਗਾ। ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਜਿਹੜਾ ਸਾਰਾ ਕੁਛ ਚ ਵਰਨਾ ਆਇਆ ਜਾਂ ਜਿਨ੍ਹਾਂ ਨੇ 4 ਬਜਰ ਕੁਰਾਤਾਂ ਤੇ 5 ਰਹਿਤਾਂ ਰੱਖਣ ਦੀ ਗੱਲ ਜਿਹੜੀ ਹੈ ਉਹ ਕਰਨੀ ਅੱਗੇ ਜਾ ਕੇ ਜੋ ਜ਼ਿਕਰ ਆਏਗਾ। ਉਹਨਾਂ ਦਾ ਜਿਹੜਾ ਬਚਨ ਕਰਦਾ ਹੋਵੇ ਕਿਸੇ ਵੀ ਮਜ਼ਹਬ ਕਿਸੇ ਵੀ ਧਰਮ ਦਾ ਕਿਸੇ ਵੀ ਕੌਮ ਦਾ ਹੋਵੇ ਉਹ ਅੰਮ੍ਰਿਤ ਛਕ ਸਕਦਾ ਹੈ, ਭਾਵੇਂ ਇਸਤਰੀ ਹੈ ਜਾਂ ਭਾਵੇਂ ਪੁਰਸ਼ ਹੈ। ਉਹ ਦੋਨੇ ਅੰਮ੍ਰਿਤ ਛਕਣ ਦੇ ਅਧਿਕਾਰੀ ਹਨ। ਸਿੱਖ ਧਰਮ ਗ੍ਰਹਿ ਧਾਰਨ ਕਰਨ ਤੇ ਉਸਦੇ ਉਸੂਲਾਂ ਪਰ ਚੱਲਣ ਦਾ ਪ੍ਰਣ ਕਰਨ ਦਾ ਗੁਰੂ ਪੰਥ ਨੇ ਹਰ ਮਨੁੱਖ ਮਾਤਰ ਨੂੰ ਖੁੱਲਾ ਅਧਿਕਾਰ ਦਿੱਤਾ ਹੈ। ਇੱਥੇ ਨਾ ਤਾਂ ਕਿਸੇ ਬ੍ਰਾਹਮਣੀ ਵਿਪਰ ਵੰਡ ਦੀ ਵਰਨ ਵੰਡ ਦੀ ਕੋਈ ਸੋਚ ਹੈ, ਨਾ ਹੀ ਉੱਥਾਂ ਦੀ ਕੋਈ ਦੀਵਾਰ ਖੜੀ ਕੀਤੀ ਗਈ ਹੈ, ਨਾ ਹੀ ਹਿੰਦੂ ਮੁਸਲਿਮ ਈਸਾਈ ਆਦਿ ਦੇ ਦਾਖਲੇ ਤੇ ਕੋਈ ਸੰਬੰਧੀ ਵਿਤਕਰਾ ਕੀਤਾ ਗਿਆ ਹੈ, ਨਾ ਹੀ ਲਿੰਗ ਦਾ ਇਸਤਰੀ ਜਾਂ ਪੁਰਸ਼ ਦਾ ਕੋਈ ਇੱਥੇ ਕੋਈ ਵਿਤਕਰਾ ਕੀਤਾ ਗਿਆ ਹੈ, ਨਾ ਹੀ ਰੰਗ ਨਸਲ ਤੇ ਦੇਸ਼ ਤੇ ਬੋਲੀ ਆਦਿ ਦੀ ਕੋਈ ਬੰਦਿਸ਼ ਕੀ ਰੱਖੀ ਗਈ ਹੈ। ਬਾਹਰਲੇ ਮਤਾਂ ਵਿੱਚੋਂ ਆਉਣ ਵਾਲੇ ਬਾਬਤ ਸੰਗਤ ਵੱਲੋਂ ਨਿਰਖ ਪਰਖ ਕਰਨੀ ਜ਼ਰੂਰੀ ਹੈ ਕਿ ਇਹ ਮਨੁੱਖ ਅਸਲ ਵਿੱਚ ਸਿੱਖ ਧਰਮ ਪ੍ਰਤੀ ਲਗਾਵ ਤੇ ਲੋੜੀਂਦੀ ਸੂਝ ਰੱਖਦਾ ਹੈ। ਇਹ ਦੇਖਣ ਲਈ ਇਹ ਜ਼ਰੂਰਤ ਹੈ ਵੀ ਇਹ ਰੱਖਦਾ ਹੈ ਜਾਂ ਕਿਸੇ ਲਾਲਚਵਸ ਹੋ ਕੇ ਜਾਂ ਜਜ਼ਬਾਤੀ ਹੋ ਕੇ ਅਜਿਹਾ ਤਾਂ ਨਹੀਂ ਕਰ ਰਿਹਾ ਜਿਵੇਂ ਅੱਜ ਲਾਲਚ ਦੇ ਕੇ ਬਹੁਤ ਸਾਰੇ ਸਾਡੇ ਇੱਥੇ ਨੇੜੇ ਕ੍ਰਿਸਚੀਅਨ ਲੋਕ ਬਣਾਏ ਜਾ ਰਹੇ ਹਨ। ਕ੍ਰਿਸਚੈਨਿਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ, ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਹਨ, ਭਾਵੇਂ ਬਾਅਦ ਵਿੱਚ ਉਹਨਾਂ ਦੀ ਕੋਈ ਬਾਤ ਨਾ ਵੀ ਪੁੱਛੇ, ਪਰ ਇੱਕ ਵਾਰ ਤਾਂ ਲਾਲਚ ਦੇ ਕੇ ਉਹਨਾਂ ਨੂੰ ਸ਼ਾਮਲ ਕਰ ਹੀ ਲਿਆ ਜਾਂਦਾ ਹੈ। ਪਰ ਸਿੱਖੀ ਵਿੱਚ ਇੱਥੇ ਵੀ ਇਹ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਇਹ ਕਿਤੇ ਲਾਲਚਵਸ ਹੋ ਕੇ ਤਾਂ ਨਹੀਂ ਆਏ, ਇਹਨਾਂ ਨੂੰ ਕੋਈ ਲਾਲਚ ਤਾਂ ਨਹੀਂ ਦਿੱਤਾ ਗਿਆ ਜਾਂ ਇਹਨਾਂ ਨੂੰ ਕੋਈ ਹੋਰ ਸਹੂਲਤਾਂ ਦੇਣ ਦੀ ਗੱਲ ਤਾਂ ਨਹੀਂ ਕੀਤੀ ਗਈ ਜਾਂ ਕੋਈ ਜਜ਼ਬਾਤੀ ਹੋ ਕੇ ਤਾਂ ਨਹੀਂ ਆ ਗਿਆ। ਤਾਂ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਅੰਮ੍ਰਿਤਧਾਰੀ ਹੋਣਾ ਸਿੱਖ ਧਰਮ ਵਿੱਚ ਕੇਵਲ ਦਾਖਲਾ ਹੀ ਨਹੀਂ ਹੈ,
ਸਗੋਂ ਪਰਪੱਕ ਹੋ ਕੇ, ਪੱਕੇ ਹੋ ਕੇ ਇਸ ਦੇ ਅਸੂਲਾਂ ਉੱਪਰ ਪਹਿਰਾ ਦੇਣ ਦਾ ਪ੍ਰਣ ਕਰਨਾ ਵੀ ਹੈ। ਦਾਖਲਾ ਤਾਂ ਹੈ, ਲੇਕਿਨ ਉਸ ਦੇ ਅਸੂਲਾਂ ਤੇ ਪਹਿਰਾ ਦੇਣ ਦਾ ਇੱਕ ਪ੍ਰਣ ਕਰਨਾ ਵੀ ਹੈ। ਇਸ ਲਈ ਇਹ ਗੱਲ ਬੜੀ ਜ਼ਰੂਰੀ ਹੈ ਕਿ ਇਸ ਪੜਾਅ ਤੱਕ ਪਹੁੰਚਣ ਲਈ ਜਿਹੜੇ ਅਭਿਲਾਖੀ ਹਨ ਉਹ ਸਿੱਖ ਰਹੁ ਰੀਤੀ ਅਨੁਸਾਰ ਚੱਲਣ ਨੂੰ ਚੱਲਦੇ ਹੋਣ ਜਾਂ ਚੱਲਣ ਨੂੰ ਜਾਣਦੇ ਹੋਣ, ਸਿੱਖ ਧਰਮ ਦੇ ਅਸੂਲਾਂ ਦੇ ਗਿਆਤਾ ਹੋਣ, ਉਹਨਾਂ ਨੂੰ ਸਿੱਖ ਧਰਮ ਦੇ ਅਸੂਲਾਂ ਦਾ ਪਤਾ ਹੋਵੇ, ਬਾਣੀ ਪੜ੍ਹਦੇ ਹੋਣ, ਸਤਸੰਗੀ ਹੋਣ, ਕੇਸਾਧਾਰੀ ਬਣ ਜਾਣ, ਚਾਰ ਬੱਧੇ ਕ੍ਰੈਤਾਂ ਵਿੱਚੋਂ ਕੋਈ ਕ੍ਰੈਤ ਨਾ ਕਰਦੇ ਹੋਣ, ਕਿਸੇ ਹੋਰ ਧਰਮ ਨੂੰ ਨਾ ਮੰਨਦੇ ਹੋਣ, ਸਿੱਖ ਪਰਿਵਾਰ ਵਿੱਚ ਜਨਮ ਲੈਣ ਵਾਲੇ ਅਭਿਲਾਖੀ ਇਹ ਲਈ ਇਹ ਮੁੱਢਲੀ ਤਿਆਰੀ ਸੁਭਾਵਿਕ ਤੌਰ ਤੇ ਹੋ ਜਾਣੀ ਜ਼ਰੂਰੀ ਹੈ। ਜਿਹੜੇ ਸਿੱਖਾਂ ਦੇ ਘਰਾਂ 'ਚ ਜਨਮ ਲੈਂਦੇ ਨੇ, ਮਰਿਆਦਾ ਅਨੁਸਾਰ ਜਨਮ ਤੇ ਨਾਮ ਸੰਸਕਾਰ ਦਾ ਹੋਣਾ, ਬਚਪਨ ਤੋਂ ਸੰਗਤ ਵਿੱਚ ਆ ਕੇ ਗੁਰਮਤਿ ਦੀ ਚਾਲਾਂ ਤੇ ਗੁਰਮਤਿ ਦੇ ਚਾਲ ਤੇ ਗੁਰਮਤਿ ਦੇ ਅਸੂਲਾਂ ਤੋਂ ਜਾਣੂ ਹੋਣਾ, ਉਸ ਅਨੁਸਾਰ ਚੱਲਣਾ, ਬਾਣੀ ਪੜ੍ਹਨਾ, ਘਰ ਵਿੱਚ ਗੁਰਮਤਿ ਦਾ ਵਾਤਾਵਰਨ ਬਣਾ ਕੇ ਰੱਖਣਾ, ਕਿਸੇ ਹੋਰ ਧਰਮ ਨੂੰ ਨਾ ਮੰਨਣਾ, ਇਹ ਸਾਡੀ ਗੱਲ ਅਸੀਂ ਆਲਰੇਡੀ ਪਿੱਛੇ ਵਿਚਾਰਾਂ ਕਰ ਚੁੱਕੇ ਹਾਂ। ਪਰ ਅੱਜ ਦੇਖਣ 'ਚ ਕੀ ਆਇਆ ਕਿ ਜਿਹੜੇ ਹਾਲਾਤ ਸਾਡੇ ਅੱਜ ਬਣੇ ਹੋਏ ਹਨ ਵੀ ਅੱਜ ਬਹੁਤ ਸਾਰੇ ਡੇਰੇਦਾਰ ਜਾਂ ਮਹਾਂਪੁਰਖ ਕਹਿ ਲਵਾਂ, ਮੈਂ ਲਫ਼ਜ਼ ਵਰਤ ਲਵਾਂ, ਕਿ ਜੋਗ ਦੀ ਲੋੜੀਂਦੀ ਵਿਚਾਰ ਕੀਤੇ ਬਿਨਾਂ ਹੀ ਆਪਣੇ ਸੇਵਕਾਂ ਦੀ ਗਿਣਤੀ 'ਚ ਵਾਧਾ ਕਰਨ ਲਈ ਜਾਂ ਆਪਣੀ ਗਿਣਤੀ ਦੱਸਣ ਦੇ ਲਈ, ਇਸ਼ਤਿਹਾਰਬਾਜ਼ੀ ਵਿੱਚ ਨੰਬਰ ਲੈਣ ਦੇ ਲਈ, ਆਪਣੇ ਆਪ ਨੂੰ ਵੱਡਾ ਦੱਸਣ ਦੇ ਲਈ ਅੰਮ੍ਰਿਤ ਛਕਾਉਣ ਦਾ ਅੰਮ੍ਰਿਤ ਛਕਾਉਣ ਦਾ ਢੋਂਗ ਰਚਦੇ ਹਨ। ਢੋਂਗ ਤਾਂ ਨਹੀਂ ਰੱਖਦੇ, ਫਿਰ ਮੈਂ ਲਫ਼ਜ਼ ਆਪਣੇ ਵਾਪਸ ਲੈ ਰਿਹਾ ਕਿ ਅੰਮ੍ਰਿਤ ਛਕਾ ਦਿੰਦੇ ਹਨ। ਦੂਜੇ ਲਫ਼ਜ਼ ਇਹ ਕਹਿ ਰਿਹਾ, ਸਿੱਖ ਧਰਮ ਦੇ ਅਸੂਲਾਂ ਦੇ ਪਹਿਲਾਂ ਧਾਰਨੀ ਹੋਣ ਤੋਂ ਬਿਨਾਂ ਜਜ਼ਬਾਤੀ ਹੋ ਕੇ ਅੰਮ੍ਰਿਤ ਛਕਣ ਵਾਲੇ ਕੁਝ ਵਿਅਕਤੀ ਥੋੜੀ ਦੇਰ ਬਾਅਦ ਹੀ ਵਿੱਚੋਂ ਥਿੜਕ ਜਾਂਦੇ ਹਨ। ਆਮ ਅਸੀਂ ਥਿੜਕਦੇ ਦੇਖੇ ਵੀ ਹਨ। ਇਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਅੰਮ੍ਰਿਤ ਛਕਣ ਵਾਲੇ ਅੰਮ੍ਰਿਤ ਭਲਾਖੀ ਨੂੰ ਪਹਿਲਾਂ ਗਿਆਨ ਹੋਣਾ ਜ਼ਰੂਰੀ ਹੈ। ਉਹ ਜੋ ਪ੍ਰਣ ਕਰਨ ਜਾ ਰਿਹਾ ਹੈ ਕਿ ਉਹਦੀ ਇੰਪੋਰਟੈਂਸ ਦਾ ਪਤਾ, ਕਿ ਉਹਦੇ ਮਹੱਤਵ ਦਾ ਪਤਾ ਹੈ, ਕਿ ਉਹ ਖਾਲਸਾ ਜੀਵਨ ਜਿਉਣ ਦੇ ਲਈ ਪੱਕਾ ਹੈ। ਇਹ ਗੱਲਾਂ ਉਹਨੂੰ ਪਤਾ ਹੋਣੀਆਂ ਚਾਹੀਦੀਆਂ ਹਨ, ਤਾਂ ਹੀ ਇਹ ਅੰਮ੍ਰਿਤ ਛਕਾਉਣ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤੋ ਇੱਥੇ ਅਸੀਂ ਗੱਲ ਬੜੀ ਸਪਸ਼ਟ ਜੀ ਆਪਾਂ ਸਮਝਦੇ ਹਾਂ ਕਿ ਮੂਲ ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਭਲਾਖੀ ਲਈ ਜੋ ਸ਼ਰਤ ਲਿਖੀ ਗਈ ਸੀ, ਜੋ ਸਿੱਖੀ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲਾਂ ਪਰ ਚੱਲਣ ਦਾ ਚਾਹਵਾਨ ਹੋਵੇ, ਇਸ ਦੀ ਥਾਵੇਂ ਹੁਣ ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲਾਂ ਪਰ ਚੱਲਣ ਦਾ ਪ੍ਰਣ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਪਹਿਲਾਂ ਅੰਮ੍ਰਿਤ ਭਲਾਖੀ ਦੀ ਚਾਹਨਾ ਹੀ ਕਾਫੀ ਸੀ, ਪਰ ਹੁਣ ਨਵੀਂ ਜੋ 1945 ਵਿੱਚ ਸੋਧ ਕੀਤੀ ਗਈ, ਉੱਥੇ ਪ੍ਰਣ ਕਰਨ ਦੀ ਗੱਲ ਕੀਤੀ ਗਈ ਹੈ। ਚਾਹਵਾਨ ਰੱਖਣ ਦੇ ਵਿੱਚ ਕਈ ਲੋਕ ਜਿਹੜੇ ਥਿੜਕ ਜਾਂਦੇ ਸੀ, ਪਰ ਹੁਣ ਜਿਹੜਾ ਲਫ਼ਜ਼ ਵਰਤਿਆ ਗਿਆ ਸਿੱਖ ਧਰਮ ਗ੍ਰਹਿਣ ਕਰਨ ਤੇ ਉਸਦੇ ਚੱਲਣ ਦਾ ਪ੍ਰਣ ਕਰਨਾ ਜਿਹੜਾ ਜ਼ਰੂਰੀ ਹੈ। ਸਿੱਖੀ ਕੇਵਲ ਚਾਹਨਾ ਦੇ ਉੱਤੇ ਹੀ ਨਿਰਭਰ ਨਹੀਂ ਹੈ, ਬਲਕਿ ਐਦ ਤੇ ਦ੍ਰਿੜ ਨਿਸ਼ਚੇ ਦੇ ਉੱਤੇ ਸਿੱਖੀ ਕਾਇਮ ਹੈ, ਭਰੋਸੇ ਦੇ ਉੱਤੇ ਸਿੱਖੀ ਕਾਇਮ ਹੈ। ਸਿੱਖੀ ਹੈ ਭਰੋਸਗੀ ਦੀ ਯਾਤਰਾ ਹੈ। ਇਸ ਲਈ ਪ੍ਰਣ ਕਰਨ ਦੀ ਪ੍ਰਣ ਲਫ਼ਜ਼ ਲਿਖ ਕੇ ਇਹ ਸ਼ਰਤ ਜਿਹੜੀ ਦਰਜ ਕਰ ਦਿੱਤੀ ਗਈ, ਕੀਤੇ ਹੋਏ ਪ੍ਰਣ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਸਹਾਇਤਾ ਲਈ ਲਗਾਤਾਰ ਅਰਦਾਸ ਕਰਨੀ ਚਾਹੀਦੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਾਣੀ ਵਿੱਚ ਪ੍ਰਣ ਕਰਕੇ ਮੁੱਕਰ ਜਾਣ ਵਾਲੇ ਲਈ ਇਹ ਬਚਨ ਕਰਦੇ ਹਨ, ਬਚਨ ਕਰਿਆ ਤਾਂ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰੋਂ ਥੋਥਾ ਗੂੜਿਆਰ, ਕੂੜੀ ਸਭ ਖੱਚਾ, ਪੈਰ ਕਰੇ ਨਿਰਵੈਰ ਨਾਲ, ਝੂਠੇ ਲਾਲਚਾ, ਮਾਰਿਆ ਸੱਚੇ ਪਾਤਸ਼ਾਹ, ਵੇਖ ਤੁਰ ਕਰਮਾਚਾ। ਇਹ ਮਾਰੂ ਰਾਗ ਵਿੱਚ, ਮਾਰੂ ਕੀ ਵਾਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਜਿਹੜਾ ਹੈ ਆਉਂਦਾ ਹੈ। ਤੋ ਇੱਥੇ ਇਹ ਜਿਹੜਾ ਹੈ ਜ਼ਰੂਰੀ ਲਫ਼ਜ਼ ਲਿਖੀ ਗਈ ਹੈ ਕਿ ਹਰ ਦੇਸ਼, ਮਜ਼ਹਬ ਤੇ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ। ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਵਾਨ ਕਰੇ। ਤੋ ਇੱਥੇ ਹੁਣ ਅਗਲੀ ਜਿਹੜੀ ਗੱਲ ਲਿਖੀ ਗਈ ਹੈ ਉਹ ਲਿਖਿਆ, ਬਹੁਤ ਛੋਟੀ ਅਵਸਥਾ ਦਾ ਨਾ ਹੋਵੇ, ਹੋਸ਼ ਸੰਭਾਲੀ ਹੋ। ਇੱਥੇ ਵੀ ਆਪਾਂ ਨੂੰ ਵਿਚਾਰ ਕਰਨ ਦੀ ਲੋੜ ਹੈ। ਇਸ ਤੋਂ ਭਾਵ ਬੜਾ ਸਪਸ਼ਟ ਹੈ ਕਿ ਅੰਮ੍ਰਿਤ ਭਲਾਖੀ ਨੂੰ ਗਿਆਨ ਹੋਵੇ ਕਿ ਉਹ ਜੋ ਪ੍ਰਣ ਕਰਨ ਜਾ ਰਿਹਾ ਉਹਦੇ ਮਹੱਤਵ ਦਾ ਉਹਨੂੰ ਪਤਾ ਹੈ, ਵੀ ਉਹਨੂੰ ਪਤਾ ਮੈਂ ਕੀ ਕਰਨ ਜਾ ਰਿਹਾ ਹਾਂ। ਖਾਲਸਾ ਜਿਉਣ ਦੇ ਲਈ ਉਹ ਦ੍ਰਿੜ ਹੈ ਕਿ ਉਹਨੂੰ ਨਿਸ਼ਚਾ ਨਾਲ ਜੀਵਨ ਜਿਉਣਾ। ਬਾਹਰਲੇ ਮਤਾਂ ਵਿੱਚੋਂ ਆ ਕੇ ਛੋਟੀ ਉਮਰੇ ਸਿੱਖ ਦੀ ਕਿਸੇ ਦੀ ਸਾਨੂੰ ਕਿਤੇ ਉਦਾਹਰਨ ਨਹੀਂ ਮਿਲਦੀ।
ਸਿੱਖ ਪਰਿਵਾਰਾਂ ਵਿੱਚ ਜਨਮ ਲੈਣ ਤੇ ਬਚਪਨ ਤੋਂ ਗੁਰਬਾਣੀ ਦੀ ਸੰਗਤ ਪ੍ਰਾਪਤ ਕਰਨ ਵਾਲੇ ਬੱਚੇ ਅੰਮ੍ਰਿਤ ਛਕਣ ਲਈ ਛੇਤੀ ਤਿਆਰ ਹੋ ਜਾਂਦੇ ਹਨ। ਦੇਖੇ ਵੀ ਗਏ ਹਨ ਤੇ ਦੇਖਣ ਵਿੱਚ ਵੀ ਆਇਆ ਹੈ ਕਿ ਇੱਕ ਚੰਗੀ ਨਿਸ਼ਾਨੀ ਹੈ ਵੀ ਸਿੱਖ ਪਰਿਵਾਰਾਂ ਦੇ ਬੱਚੇ ਛੇਤੀ ਇਸ ਪਾਸੇ ਲੱਗ ਜਾਂਦੇ ਹਨ। ਪਰ ਇੱਥੇ ਇੱਕ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਇਹ ਬੱਚੇ ਮਰਿਆਦਾ ਅਨੁਸਾਰ ਗੁਰਬਾਣੀ ਦਾ ਨਿਤਨੇਮ ਕਰ ਸਕਦੇ ਹਨ ਜਾਂ ਪੰਜਾਂ ਕਕਾਰਾਂ ਦੀ ਸੰਭਾਲ ਕਰ ਸਕਦੇ ਹਨ, ਰਹਿਣੀ ਨਿਭਾ ਸਕਦੇ ਹਨ। ਇਹ ਗੱਲ ਦੇਖਣੀ ਮਾਂ-ਬਾਪ ਦਾ ਫਰਜ਼ ਬਣਦਾ ਹੈ ਤੇ ਮਾਂ-ਬਾਪ ਦੀ ਡਿਊਟੀ ਹੋਰ ਵੀ ਵੱਧ ਜਾਂਦੀ ਹੈ। ਤੇ ਕਈ ਵਿਚਾਰਵਾਨ ਇਹ ਵੀ ਵਿਚਾਰ ਦਿੰਦੇ ਆ ਕਿ ਜਦ ਤੱਕ ਬੱਚੇ ਅੰਮ੍ਰਿਤਧਾਰੀ ਨਹੀਂ ਹੋ ਜਾਂਦੇ ਤਦ ਤੱਕ ਮਾਂ-ਬਾਪ ਨੂੰ ਆਪਣੇ ਗੁਰੂ ਪੰਥ ਦਾ ਕਰਜ਼ਈ ਸਮਝਣਾ ਚਾਹੀਦਾ ਹੈ ਕਿ ਅਸੀਂ ਗੁਰੂ ਪੰਥ ਦੇ ਕਰਜ਼ਈ ਹਾਂ। ਇਹ ਵਿਚਾਰਵਾਨਾਂ ਨੇ ਵੀ ਇਹੋ ਜਿਹੇ ਵਿਚਾਰ ਲਿਖੇ ਹਨ। ਇਸ ਲਈ ਹਰ ਗੁਰਸਿੱਖ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਰੰਭ ਤੋਂ ਹੀ ਆਪਣੇ ਬੱਚਿਆਂ ਨੂੰ ਗੁਰਮੁਖੀ ਅਤੇ ਗੁਰਸਿੱਖੀ ਦੀ ਵਿਦਿਆ ਵਿੱਚ ਨਿਪੁੰਨ ਕਰਨ, ਗੁਰਮੁਖੀ ਤੇ ਗੁਰਸਿੱਖੀ ਦੀ ਵਿਦਿਆ ਵਿੱਚ ਨਿਪੁੰਨ ਕਰਨ, ਤਾਂ ਜੋ ਬੱਚੇ ਛੋਟੀ ਉਮਰ ਵਿੱਚ ਹੀ ਗੁਰੂ ਵਾਲੇ ਬਣ ਕੇ ਅੰਮ੍ਰਿਤਪਾਨ ਜਿਹੜਾ ਹੈ ਉਹ ਕਰ ਲੈਣ। ਇੱਥੇ ਗੱਲ ਬੜੀ ਸਪਸ਼ਟ ਜਿਹੜੀ ਕਰ ਦਿੱਤੀ ਗਈ ਹੈ ਕਿ ਇੱਥੇ ਅੰਮ੍ਰਿਤ ਛਕਣ ਦੇ ਲਈ ਇਹ ਬਹੁਤ ਛੋਟੀ ਅਵਸਥਾ ਦਾ ਨਾ ਹੋਵੇ ਤੇ ਹੋਸ਼ ਸੰਭਾਲੀ ਹੋਵੇ। ਅੰਮ੍ਰਿਤ ਛਕਣ ਵੇਲੇ ਹਰ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਅੱਗੇ ਹੈ ਹਰ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਤੇ ਹਰ ਇੱਕ 5 ਕਕਾਰ ਕੇਸ, ਕਿਰਪਾਨ, ਗਾਤਰੇ ਵਾਲੀ, ਕਛਹਿਰਾ, ਕੰਘਾ, ਕੜਾ ਜਾਂ ਧਾਰਨੀ ਹੋਵੇ। ਅੰਮ੍ਰਿਤ ਭੁਲਾਖੀ ਬੱਚੇ, ਨੌਜਵਾਨ, ਬੀਬੀਆਂ, ਵੀਰਾਂ, ਬਜ਼ੁਰਗਾਂ ਲਈ ਜ਼ਰੂਰੀ ਹੈ ਕਿ ਹਰ ਇੱਕ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਤੇ ਉਹਨਾਂ ਨੇ ਕੰਘਾ, ਕਿਰਪਾਨ, ਕੜਾ ਤੇ ਕਛਹਿਰਾ ਪਹਿਨੇ ਹੋਏ ਹੋਣ। ਹੁਣ ਕਈ ਕਿਰਪਾਨਾਂ ਜਿਹੜੀਆਂ ਹਨ ਉਹਨਾਂ ਨੂੰ ਧਾਗੇ 'ਚ ਪਾ ਕੇ ਗਲੇ 'ਚ ਪਾ ਲੈਂਦੇ ਨੇ, ਉਹਨੂੰ ਕਕਾਰ ਮੰਨ ਲੈਂਦੇ, ਨਹੀਂ ਮੰਨਿਆ ਜਾ ਸਕਦਾ। ਇੱਥੇ ਗਾਤਰੇ ਵਾਲੀ ਲਿਖਿਆ ਹੋਇਆ। ਕਈ ਉਹਦੇ ਨਾਲ ਹੀ ਦੰਦਾਂ 'ਚੋਂ ਮੈਲ ਕੱਢਦੇ ਰਹਿੰਦੇ ਆ, ਇੱਥੇ ਦੰਦਾਂ 'ਚ ਫੇਰਦੇ ਰਹਿੰਦੇ ਆ ਕਿਰਪਾਨਾਂ ਗਲੇ 'ਚ ਪਾ ਕੇ। ਨਵਾਂ ਰਿਵਾਜ ਚੱਲ ਪਿਆ ਵੀ ਨੰਗੀ ਜੀ ਕਰਦ ਕੱਢ ਕੇ ਡੋਰੀ ਪਾ ਕੇ ਉਹਨੂੰ ਗਲੇ 'ਚ ਪਾ ਲੈਂਦੇ ਆ। ਇਹ ਵੀ ਗਾਤਰੇ ਵਾਲੀ ਕਿਰਪਾਨ ਲਿਖਿਆ ਗਿਆ। ਕਿਰਪਾਨ ਸ਼ਸਤਰ ਹੈ, ਕਿਸੇ ਵੇਲੇ ਇਸਤੇਮਾਲ ਕਰਨ ਦੀ ਲੋੜ ਪੈ ਸਕਦੀ ਹੈ, ਤਾਂ ਫਿਰ ਇਹ ਉਹ ਡੋਰੀ ਵਾਲੀ ਕਿੱਥੋਂ ਕੱਢੇਗਾ ਜਾਂ ਹੁਣ ਬਾਹਰ ਕਿਵੇਂ ਆਏਗੀ? ਸਾਡੇ ਗਾਤਰੇ ਵਿੱਚ ਮਿਆਨ ਵਿੱਚੋਂ ਬਾਹਰ ਨਿਕਲਣ ਜੋਗੀ ਹੋਣੀ ਚਾਹੀਦੀ ਹੈ। ਔਰ ਕਈਆਂ ਦੇ ਕਿਰਪਾਨਾਂ ਨੂੰ ਜੁਗਾੜ ਲੱਗੇ ਹੁੰਦੇ ਆ, ਉਹਨਾਂ ਨੇ ਕਦੀ ਖੋਲ ਕੇ ਨਹੀਂ ਵੇਖਿਆ ਵੀ ਇਹਦੇ 'ਚ ਹੈ ਕੀ ਹੈ। ਇਹ ਕੁਛ ਮੁੱਢਲੀਆਂ ਚੀਜ਼ਾਂ ਹਨ ਜਿਹੜੀਆਂ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਕਿ ਸ਼ਸਤਰ ਦੇ ਤੌਰ ਤੇ ਇਹਨੂੰ ਜੇ ਅਸੀਂ ਸਾਂਭਣਾ ਹੈ ਇਹਨੂੰ ਦੇਖ ਵੀ ਲੈਣਾ ਚਾਹੀਦਾ ਹੈ ਕਿ ਇਹ ਇਕੱਲੀ ਕੜਾਹ ਪ੍ਰਸ਼ਾਦ 'ਚ ਭੇਟ ਕਰਨ ਲਈ ਨਹੀਂ ਹੈ, ਇਹ ਸ਼ਸਤਰ ਵੀ ਹੈ ਤੇ ਇਹਨੂੰ ਸੰਭਾਲ ਵੀ ਉਸ ਢੰਗ ਨਾਲ ਸਾਨੂੰ ਜਿਹੜਾ ਉਹ ਕਰਨਾ ਚਾਹੀਦਾ ਹੈ। ਇੱਥੇ 5 ਕਕਾਰਾਂ ਦਾ ਹੋਣਾ ਜ਼ਰੂਰੀ ਹੈ। ਅੰਮ੍ਰਿਤ ਭੁਲਾਖੀ ਬੱਚੇ, ਨੌਜਵਾਨ, ਬੀਬੀਆਂ ਤੇ ਹੋਰ ਸਾਰਿਆਂ ਲਈ ਜ਼ਰੂਰੀ ਹੈ ਕਿ ਉਹਨਾਂ ਨੇ ਇਹ 5 ਕਕਾਰ ਧਾਰਨ ਕੀਤੇ ਹੋਣ। ਅੱਗੇ ਹੈ ਜੀ ਅਨਮਤ ਦਾ ਕੋਈ ਚਿਰ ਨਾ ਹੋਵੇ, ਸਿਰ ਨੰਗਾ ਜਾਂ ਟੋਪੀ ਨਾ ਹੋਵੇ, ਸਿਰ ਦੇ ਗਹਿਣੇ ਕੋਈ ਨਾ ਹੋਣ, ਅਦਬ ਨਾਲ ਹੱਥ ਜੋੜ ਕੇ ਗੁਰੂ ਜੀ ਦੇ ਹਜ਼ੂਰ ਖੜੇ। ਹੁਣ ਇਹਦਾ ਮਤਲਬ ਇਹ ਹੈ ਵੀ ਜਿਹੜਾ ਅੰਮ੍ਰਿਤ ਭੁਲਾਖੀ ਆ ਉਹਨੂੰ ਪੂਰੀ ਤਰ੍ਹਾਂ ਸਮਰਪਿਤ ਹੋਣਾ ਜ਼ਰੂਰੀ ਹੈ, ਪੂਰੀ ਤਰ੍ਹਾਂ ਸਮਰਪਿਤ, ਸਰੈਂਡਰ ਕਰਨਾ ਜ਼ਰੂਰੀ ਹੈ। ਸਿੰਘ ਸਜਣ ਵਾਲੇ ਪ੍ਰਤੀ ਲਈ ਸਪਸ਼ਟ ਹੁਕਮ ਹੈ ਕਿ ਉਸ ਦੇ ਵਿੱਚ ਗਲੇ ਵਿੱਚ ਕੋਈ ਤਵੀਤ ਨਾ ਹੋਵੇ, ਕੋਈ ਕ੍ਰੋਸ ਨਾ ਪਾਇਆ ਹੋਵੇ, ਕੋਈ ਚੰਨ ਤਾਰੇ ਨਾ ਪਾਏ ਹੋਣ, ਸਵਾਸਤਕ ਜਾਂ ਰੁਦਰਾਖ ਦੀ ਮਾਲਾ ਨਾ ਹੋਵੇ, ਪਿਛਲੇ ਮੱਤ ਨਾਲ ਕੋਈ ਸੰਬੰਧਿਤ ਚਿੰਨ੍ਹ ਨਾ ਹੋਵੇ, ਜਾਂ ਨੱਕ ਜਾਂ ਕੰਨ ਦੇ ਛੇਦੇ ਗਹਿਣੇ ਨਾ ਪਾਏ ਹੋਣ। ਹੁਣ ਕਈ ਇੱਥੇ ਬੜਾ ਕੰਮ ਹੁੰਦਾ, ਅੱਜ ਕੱਲ੍ਹ ਸੁਸਾਇਟੀ ਇਹੋ ਜਿਹੀ ਬਣ ਗਈ ਹੈ ਔਰ ਉਸ ਵੇਲੇ ਨੱਕ ਕੰਨ ਚੋਂ ਲਾ ਲੈਂਦੇ ਆ, ਬਾਹਰ ਜਾ ਕੇ ਫਿਰ ਪਾ ਲੈਂਦੇ ਆ। ਇਹਦਾ ਮਤਲਬ ਅਸੀਂ ਗੁਰੂ ਨੂੰ ਇੱਕ ਮਜ਼ਾਕ ਹੀ ਸਮਝਿਆ ਕਿ ਗੁਰੂ ਅੱਗੇ ਅਸੀਂ ਬਚਨ ਕਰਕੇ ਆਏ ਆ, ਜਿਹੜੇ ਜੇ ਅਸੀਂ ਪਾਏ ਹੁੰਦੇ ਸਾਨੂੰ ਅੰਮ੍ਰਿਤ ਦਾਤ ਮਿਲ ਨਹੀਂ ਸੀ ਸਕਦੀ ਤੇ ਅਸੀਂ ਅੰਮ੍ਰਿਤ ਦੀ ਦਾਤ ਲੈ ਕੇ ਫਿਰ ਤਨਖਾਹੀਏ ਬੰਨ ਵਾਲੇ ਪਾਸੇ ਤੁਰ ਪਏ। ਤੋ ਇੱਕ ਰਹਿਮਾਨ ਕਵੀ ਹੋਇਆ, ਉਹਨੇ ਲਾਈਨ ਲਿਖਿਆ, ਰਹਿਮਨ धागा प्रेम का मत दो चटकाए, टूटे तो फिर ना जुड़े, जुड़े तो गांठ पड़ जाए। ਉਹਦੀ ਇਹ ਗੱਲ ਬੜੀ ਸਪਸ਼ਟ ਜੀ ਸਮਝ ਆਉਂਦੀ ਹੈ ਵੀ ਇਹ ਪਿਆਰ ਦਾ ਧਾਗਾ ਆ, ਪਿਆਰ ਦੀ ਮਿਲਣੀ ਹੈ, ਇਹਦੇ 'ਚ ਗੰਢਾ ਨਾ ਪਾਓ, ਤੇ ਜੇ ਗੰਢਾਂ ਪੈ ਗਈਆਂ ਤੇ ਇਹ ਦੁਖਦਾਈ ਹੋਣਗੀਆਂ। ਤੋ ਇਸ ਵਾਸਤੇ ਬੜਾ ਸਪਸ਼ਟ ਗੱਲ ਲਿਖੀ ਹੋਈ ਹੈ ਕਿ ਨਕਸ਼ੇ ਦੇ ਕੰਸ਼ੇ ਦੇ ਗਹਿਣਾ ਨਾ ਪਹਿਨਿਆ ਹੋਵੇ, ਜੋ ਜੋਗ ਮਾਤਾ ਤੇ ਗੁਲਾਮੀ ਦੇ ਚਿੰਨ੍ਹ ਮੰਨੇ ਜਾਂਦੇ ਹਨ। ਇੱਕ ਨਕਸ਼ੇ ਦੇ ਮੈਂ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਤੇ ਨੱਕ ਵਿੱਚ ਨੱਥ ਪਾਉਣ ਦਾ ਰਿਵਾਜ ਕਦੋਂ ਸ਼ੁਰੂ ਹੋਇਆ? ਜਦੋਂ ਹਿੰਦੁਸਤਾਨ ਵਿੱਚ ਮੁਗਲਾਂ ਨੇ ਹਮਲੇ ਸ਼ੁਰੂ ਕੀਤੇ, ਉਹਨਾਂ ਨੇ ਇੱਥੋਂ ਦੀਆਂ ਬੀਬੀਆਂ ਦੇ ਨੱਕ ਵਿੱਚ ਨਕੇਲ ਪਾ ਕੇ ਘੜੀਸਣਾ ਸ਼ੁਰੂ ਕੀਤਾ, ਤਾਂ ਫਿਰ ਐਲਾਨ ਕਰਤਾ ਵੀ ਜਿਹੜੀਆਂ ਆਪਣੇ ਆਪ ਨੱਕ ਵਿੱਚ ਨੱਥ ਪਾ ਲੈਣਗੀਆਂ, ਅਸੀਂ ਉਹਨਾਂ ਨੂੰ ਗੁਲਾਮੀ ਸਮਝ ਲੈਣਗੀਆਂ ਵੀ ਉਹ ਸਾਡੇ ਗੁਲਾਮ ਹਨ, ਇਸ ਵਾਸਤੇ ਉਹਨਾਂ ਦੇ ਨੱਕ 'ਚ ਨੱਥ ਨਹੀਂ ਪਾਈ ਜਾਏਗੀ।
ਉੱਥੋਂ ਹੀ ਨੱਕ ਵਿੱਚ ਕੁੱਕੇ ਜਾਂ ਹੋਰ ਰਵਾਇਤਾਂ ਜਿਹੜੀ ਉਹ ਨੱਥ ਦਾ ਰਿਵਾਜ ਸ਼ੁਰੂ ਹੋਇਆ ਤੇ ਉੱਤੋਂ ਫਿਰ ਛੋਟਾ ਕੋਕਾ ਬਣ ਗਿਆ। ਇਹ ਸਿੱਖੀਜ਼ਮ ਵਿੱਚ ਉਹਦੀ ਬਣਾਈ ਹੈ। ਬਾਕੀ ਧਰਮਾਂ ਵਾਲੇ ਜੋ ਮਰਜ਼ੀ ਕਰਨ, ਕਿਸੇ ਤੇ ਕੋਈ ਪਾਬੰਦੀ ਨਹੀਂ ਹੈ, ਨਾ ਹੀ ਸਾਨੂੰ ਕਿਸੇ ਨੂੰ ਰੋਕਣ ਦਾ ਕੋਈ ਮਕਸਦ ਹੈ, ਨਾ ਹੀ ਅਸੀਂ ਉਹਨਾਂ ਦੇ ਉੱਤੇ ਕੋਈ ਪਾਬੰਦੀ ਲਾ ਸਕਦੇ ਹਾਂ। ਸਿੱਖੀਜ਼ਮ ਵਿੱਚ ਜਿਹਨੇ ਗੁਰੂ ਵਾਲਾ ਬਣਨਾ ਹੈ, ਗੁਰੂ ਦੇ ਮੱਤ ਲੈਣੀ ਪਏਗੀ, ਗੁਰੂ ਦੀ ਗੱਲ ਸੁਣਨੀ ਪਏਗੀ, ਮਰਿਆਦਾ ਮੰਨਣੀ ਪਏਗੀ, ਤਾਂ ਉੱਥੇ ਗੁਰੂ ਸਾਹਿਬ ਜੀ ਨੇ ਅਜਿਹਾ ਸਮਾਜ ਸਿਰਜਿਆ ਹੈ ਜਿਨ੍ਹਾਂ ਨੂੰ ਬਾਹਰਲੇ ਅਖੌਤੀ ਸ਼ਿੰਗਾਰਾਂ ਦੀ ਲੋੜ ਨਹੀਂ ਹੈ। ਗੁਰੂ ਸਾਹਿਬ ਜੀ ਨੇ ਐਸਾ ਸਮਾਜ ਜਿਹੜਾ ਹੈ ਸਿਰਜਿਆ ਹੈ। ਅੰਮ੍ਰਿਤ ਰਾਖੀ ਦੇ ਸਿਰ ਤੇ ਦਸਤਾਰ ਸਜਾਈ ਹੋਵੇ, ਹੁਣ ਸਿੱਖ ਬੀਬੀ ਨੇ ਦਸਤਾਰ ਸਜਾਈ ਹੋਵੇ ਜਾਂ ਸਿਰ ਢਕਿਆ ਹੋਇਆ ਹੋਵੇ, ਦੋਨੇ ਠੀਕ ਹੈ। ਇਸ ਪ੍ਰਕਾਰ ਬੱਚੇ ਤੇ ਨੌਜਵਾਨਾਂ ਨੇ ਵੀ ਸਿਰਾਂ ਦੇ ਉੱਤੇ ਪੂਰੀ ਤਰ੍ਹਾਂ ਦਸਤਾਰ ਸਜਾਈ ਹੋਵੇ ਜਾਂ ਉਹਨਾਂ ਦੇ ਸਿਰ ਨੂੰ ਚੰਗੀ ਤਰ੍ਹਾਂ ਢਕਿਆ ਹੋਇਆ ਹੋਵੇ। ਟੋਪੀ ਪਹਿਨਣਾ, ਸਿਰ ਨੰਗਾ ਲੈ ਕੇ ਆਉਂਦੀ ਆਗਿਆ ਬਿਲਕੁਲ ਨਹੀਂ ਹੈ, ਕਿਉਂਕਿ ਟੋਪੀ ਸਿੱਖ ਧਰਮ ਦਾ ਚਿੰਨ੍ਹ ਨਹੀਂ ਹੈ, ਸਿੱਖ ਧਰਮ ਦੀ ਮਰਿਆਦਾ ਨਹੀਂ ਹੈ। 5 ਕਕਾਰਾਂ ਜਿਵੇਂ ਕੇਸ, ਕਿਰਪਾਨ, ਗਾਤਰੇ ਵਾਲੀ, ਇਸ਼ਾਰਾ, ਕੰਘਾ ਤੇ ਕੜਾ ਤੇ ਧਾਰਨੀ, ਤਿਆਰ ਬਰ ਤਿਆਰ ਅਬਲਾਖਿਆਂ ਪ੍ਰਤੀ ਹੁਕਮ ਹੈ ਕਿ ਸਾਵਧਾਨਤਾ ਦੇ ਨਾਲ ਨਿਮਰਤਾ ਸਹਿਤ ਉਹ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਉਹਦੀ ਗੁਰੂ ਦੀ ਹਜ਼ੂਰੀ ਵਿੱਚ ਖੜੇ ਹੋਣ ਤੇ ਸਾਰੀ ਮਰਿਆਦਾ ਦੇ ਵੇਲੇ ਆਪਣਾ ਧਿਆਨ ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਹੈ ਉਸ ਬਾਟੇ ਵੱਲ ਰੱਖਣ ਤੇ ਬਾਣੀ ਜੋ ਪੜ੍ਹੀ ਜਾ ਰਹੀ ਹੈ ਉਹਦੇ ਵੱਲ ਆਪਣਾ ਚਿੱਤ ਜਿਹੜਾ ਹੈ ਉਹ ਜੋੜ ਕੇ ਰੱਖਣ। ਤੋ ਇਹ ਕੁਝ ਮੁੱਢਲੀਆਂ ਚੀਜ਼ਾਂ ਹਨ ਜਿਹੜੀਆਂ ਅੰਮ੍ਰਿਤ ਸੰਸਕਾਰ ਦੇ ਵਿੱਚ ਹਨ। ਕਕਾਰਾਂ ਦੀ ਕੀ ਮਹਾਨਤਾ ਹੈ ਵੱਖਰਾ ਵਿਸ਼ਾ ਹੈ, ਇਹਨੂੰ ਅਸੀਂ ਫਿਰ ਕਦੀ ਵਿਚਾਰ ਕਰਾਂਗੇ ਕਿ 5 ਕਕਾਰਾਂ ਦੀ ਆਪੋ ਆਪਣੀ ਕੀ ਇੰਪੋਰਟੈਂਸ ਹੈ, ਉਹਦਾ ਇੱਕ ਵੱਖਰਾ ਸਬਜੈਕਟ ਹੈ। ਇੱਥੇ ਸਿਰਫ ਕਿਉਂਕਿ ਆਪਾਂ ਰਹਿਤ ਮਰਿਆਦਾ ਦੀ ਵਿਚਾਰ ਕਰ ਰਹੇ ਹਾਂ ਤਾਂ ਸੰਖੇਪ ਵਿੱਚ ਹੀ ਇੰਨਾ ਕੁ ਜ਼ਿਕਰ ਕਰ ਦਈਏ ਕਿ ਇਹ ਜੋ ਮਰਿਆਦਾ ਅੰਮ੍ਰਿਤ ਛਕਾਉਣ ਦੀ ਹੈ ਉਹਦੇ ਵਿੱਚ ਆਪਾਂ ਸੱਸਾ ਤੱਕ ਅੱਜ ਦੀ ਵਿਚਾਰ ਕੀਤੀ ਹੈ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗ ਰਿਹਾ ਹਾਂ ਜੀ। ਪਿਆਰ ਸਤਿ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ।